वाहिगुरु जी का खालसा वाहिगुरु जी की फतेह। सतगुरां दी पवित्र अते पावन अमृतमई गोद विच बड़े ही अद्भुत सहज संध्या के दीवाना विच आप जी जुड़ बैठे हो। सुभाग प्राप्त होया गुरु चरणों विच बैठण दा। आओ इन्हां घड़ियां नूं लेखे विच लाइए। सतगुरां दे पावन जीवन वरतांत दे विचों आप जी ने सरवण कीता सी। राय बुलार जियां दे कोलों खत लेके गुरु नानक साहिब सच्चे पातशाह घर आए। माता पिता नूं नमस्कार करके बिना कुछ कहे घर बार छड्डदे हुए अपने साथी भाई बाला जी नूं नाल लेके कदम दर कदम चलते हुए सुल्तानपुर लोधी पहुंचे। जदों भैन जी के घर प्रवेश होए अचनचेत भैन नानकी ने अपने छोटे वीर नूं वेखिया। चाह इन्ना चढ़ गया, खुशी विच अपने भरा दे चरनां ते मत्था टेक दिता। अगों गुरु नानक साहब सच्चे पातशाह ने उलांबा दे दिता, भैणे तुसी वड्डे हो उम्र विच, गोद विच खड़ाया है, तुसी ये भार क्यों मेरे सिर ते चाड़ दिता। इन्ने वचन कह गुरु नानक साहब जी ने भैन जी के चरणों ते सिर रख दिता। उस वेले गुफ्तगू भैन ते भरा दे विच होई। भैन नानकी जी आखण लगे, सतगुरु मैं ते कदे तुहानू अपना भरा मनिया ही नहीं। तुसी किसे दे भरा नहीं, ना किसे दे पुत्र हो। आप ते पार ब्रह्म परमेश्वर हो। इस शरीरां दे रूप दे विच आके आपने खेड़ वरताई है। तुहानू कोई पछाण ते जान नहीं सकता। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन बिरतियां नूं एकाग्र चित बनाइए, सुरत अते ध्यान करके चलिए सुल्तानपुर लोधी दी पावन धरती ते। बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। ना आदम ना अंतम बेअंतम स्वरूपम, पिता है ना माता ना बंधन अनुपम। जिस वेले गुरु नानक साहब महाराज ने भैन नानकी दी ताई ये शब्द वरते ने, भैणे मेरीए उमरां दे विच तुसी वड्डे हो साडे तो, तुसी साडे सिर ते हथ रखना। एक ही कहर कमाया, तुसी पैरी मत्था टेक दिता। इन्हां शब्दां नूं सुन के भैन नानकी दे नेत्र सेजल सन। अखां भरियां होईयां ने हाथ जोड़ के आखण लगे, रब्बा
ਨਾ ਤੂੰ ਆਦ ਦੇ ਵਿੱਚ ਸੀ ਤੇ ਨਾ ਤੂੰ ਅੱਜ ਹੈ ਸਰੀਰਕ ਰੂਪ ਵਿੱਚ। ਤੈਨੂੰ ਆਦ ਕਾਲ ਵਿੱਚ ਵੀ ਕੋਈ ਜਾਣ ਨਹੀਂ ਸਕਿਆ ਤੇ ਅੱਜ ਵੀ ਤੈਨੂੰ ਕੋਈ ਪਹਿਚਾਣਦਾ ਨਹੀਂ ਤੇ ਵਕਤ ਆਏ ਤੋਂ ਵੀ ਤੈਨੂੰ ਪਛਾਣਨ ਵਾਲੇ ਥੋੜੇ ਹੋਣਗੇ। ਤੂੰ ਤੇ ਉਹ ਹੈ ਆਦ ਤੇ ਅਨਾਦ ਕਾਲ ਤੋਂ ਲੈ ਕੇ ਹੁਣ ਤੱਕ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਤੂੰ ਉਦੋਂ ਵੀ ਸੱਚ ਸੀ, ਅੱਜ ਵੀ ਸੱਚ ਹੈ। ਅਨੰਤਨ ਬੇਅੰਤ ਰੂਪ ਤੇਰੇ ਨੇ, ਪਰ ਤੇਰਾ ਆਪਣਾ ਰੂਪ ਵੀ ਕੋਈ ਨਹੀਂ। ਬਾਣੀ ਦਾ ਫੈਸਲਾ ਹੈ, ਏਕ ਹੈ ਅਨੇਕ ਹੈ ਫਿਰ ਏਕ ਹੈ। ਇੱਕ ਤੋਂ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ, ਇੱਕ ਤੋਂ ਅਨੇਕਾਂ ਬਣ ਗਏ। ਅਨੇਕਾਂ ਤੋਂ ਬਾਅਦ ਵੀ ਤੁਸੀਂ ਆਪ ਹੋ। ਸਾਡੇ ਵਰਗੇ ਲੱਖਾਂ ਵਾਰੇ ਆਏ ਤੇ ਲੱਖਾਂ ਵਾਰ ਤੁਰ ਗਏ। ਤੁਸੀਂ ਅਬਨਾਸੀ ਹੋ, ਆਜੋਨੀ ਹੋ। ਮੈਂ ਤੇ ਉਸ ਰੂਪ ਨੂੰ ਮੱਥਾ ਟੇਕਿਆ ਜੋ ਕਦੇ ਜੰਮਦਾ ਮਰਦਾ ਨਹੀਂ। ਨਿਜੰ ਇਛਤੇ ਦੇ ਤਾਰੀ ਦਿਆਲੰ ਉਦਾਹਰਨ ਮੰਦੰ ਜਗੰ ਜੀਵ ਜਾਲੰ। ਆ ਜਿਹੜਾ ਰੂਪ ਤੁਹਾਡਾ ਏ, ਰਿਸ਼ਤੇ ਦੇ ਵਿੱਚ ਮੇਰਾ ਭਰਾ ਲੱਗਦਾ ਪਾਤਸ਼ਾਹ, ਇਹ ਤੁਸੀਂ ਸ਼ੌਂਕ ਨਾਲ ਧਾਰਨ ਨਹੀਂ ਕੀਤਾ, ਦੁਨੀਆ ਦੇ ਉਧਾਰ ਵਾਸਤੇ ਧਾਰਿਆ। ਤੁਸੀਂ ਜੰਮਣ ਮਰਨ ਦੇ ਵਿੱਚ ਨਹੀਂ, ਅਕਾਲ ਹੋ। ਦੁਨੀਆ ਦੀ ਹਰ ਚੀਜ਼ ਤਿੰਨੇ ਕਾਲਾਂ ਵਿੱਚ ਬੱਧੀ ਹੋਈ ਹੈ, ਪਾਸਟ ਫਿਊਚਰ। ਇਹਨਾਂ ਦੇ ਵਿੱਚ ਸਾਰਾ ਹੀ ਸੰਸਾਰ ਚੱਲਦਾ ਹੈ। ਵਰਤਮਾਨ ਵਿੱਚ ਰਹਿਣ ਵਾਲੇ ਤੇ ਬਹੁਤ ਘੱਟ ਨੇ। ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਸਰੀਰ ਕਰਕੇ ਜ਼ਰੂਰ ਸਾਡੇ ਵਿੱਚ ਖੜੇ ਹੋ, ਪਰ ਤੁਸੀਂ ਉਹ ਜੋ ਤਿੰਨੇ ਕਾਲਾਂ ਤੋਂ ਰਹਿਤ, ਭੂਤ ਕਾਲ, ਵਰਤਮਾਨ, ਭਵਿੱਖ ਕਾਲ, ਤੁਸੀਂ ਅਕਾਲ ਹੋ। ਗੁਰਬਾਣੀ ਕਿਹਦੀ ਵਿਆਖਿਆ ਕਰਦੀ ਹੈ? ਅਕਾਲ ਦੀ। ਜਦ ਧੁਰ ਕੀ ਬਾਣੀ ਪੜ੍ਹਦੇ ਆ, ਬਾਣੀ ਦੇ ਬਚਨ ਆਉਂਦੇ ਨੇ, ਆਪ ਨਾਰਾਇਣ ਕਲਾਕਾਰ ਜਗ ਮਹਿ ਪਰਵਰਿਓ। ਨਾਰਾਇਣ ਕੌਣ ਹੈ? ਜੋ ਨਰ ਮਨੁੱਖਾਂ ਦੇ ਵਿੱਚ ਸਰੀਰ ਧਾਰ ਕੇ ਆਉਂਦਾ ਵੀ ਹੈ, ਜਿਹਦੇ ਤੋਂ ਸਾਰੇ ਬਣੇ ਹੋਏ ਨੇ, ਪਰ ਉਹ ਆਪ ਮਨੁੱਖ ਨਹੀਂ ਹੈ। ਪਰਮਾਤਮਾ ਕੋਈ ਵਿਸ਼ੇਸ਼ ਥਾਂ ਤੇ ਨਹੀਂ ਬੈਠਾ। ਕਈ ਵਾਰ ਧਰਮ ਦੀ ਦੁਨੀਆ ਵਿਖਾਉਂਦੀ ਹੈ ਸਵਰਗ ਇਹੋ ਜਿਹਾ ਹੁੰਦਾ, ਨਰਕ ਇਹੋ ਜਿਹਾ ਹੁੰਦਾ ਹੈ। ਭਾਈ ਉਹ ਪਰਮਾਤਮਾ ਕਿਸੇ ਸਰੀਰ ਵਾਲਾ ਨਹੀਂ, ਉਹ ਇੱਕ ਐਸੀ એનર્ਜੀ ਹੈ, ਉਹ ਐਸਾ ਰੂਪ ਹੈ ਜਿਸ ਤੋਂ ਸਾਰਾ ਬ੍ਰਹਿਮੰਡ, ਸਾਰਾ ਸੰਸਾਰ ਚੱਲਦਾ ਹੈ। ਸਭ ਕੁਝ ਚਲਾ ਕੇ ਵੀ ਉਹ ਆਪਣੇ ਆਪ ਨੂੰ ਖਾਮੋਸ਼ ਰੱਖਦਾ ਹੈ। ਇੱਕ ਬੰਦਾ ਹੈ, ਹੁੰਦਾ ਵੀ ਕੁਛ ਨਹੀਂ ਤੇ ਕਹਿੰਦਾ ਵੀ ਬਹੁਤ ਕੁਛ ਹੈ। ਭੈਣ ਨਾਨਕੀ ਉਸ ਰੂਪ ਦਾ ਕਥਨ ਕਰਦੀ ਹੈ ਜਿਹਦੇ ਪਰਥਾਏ ਸਤਿਗੁਰਾਂ ਨੇ ਜਾਪ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਜਦ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਕੀ ਹੈ? ਅਕਾਲ ਪੁਰਖ ਦੇ ਜਿੰਨੇ ਨਾਮ ਨੇ ਉਹਦੀ ਮਹਿਮਾ ਹੈ, ਉਹਦੀ ਉਸਤਤ ਹੈ। ਕਿਤੇ ਆਖਿਆ ਤੂੰ ਪਾਪ ਰੂਪ ਹੈ, ਕਿਤੇ ਆਖਿਆ ਤੂੰ ਚੰਦ ਹੈ, ਕਿਤੇ ਆਖਿਆ ਤੂੰ ਸੂਰਜਾਂ ਦਾ ਸੂਰਜ ਹੈ, ਰਾਤਾਂ ਦੀ ਰਾਤ ਹੈ, ਹਨੇਰਿਆਂ ਦਾ ਹਨੇਰਾ, ਪਰਛਾਵਿਆਂ ਦਾ ਪਰਛਾਵਾਂ ਹੈ। ਮਹਿਮਾ ਉਸ ਪ੍ਰਮਾਤਮਾ। ਭੈਣ ਜੀ ਨੇ ਸਪਸ਼ਟ ਕਰ ਦਿੱਤਾ, ਮੈਂ ਤੁਹਾਨੂੰ ਕਿਸ ਨਜ਼ਰੀਏ ਨਾਲ ਵੇਖਦੀ ਹਾਂ। ਅਕਾਲ ਹੋ, ਤੁਹਾਡੇ ਤੇ ਮੌਤ, ਸਮਾਂ, ਕਾਲ ਵਸਤੂ ਕਦੇ ਪ੍ਰਭਾਵ ਨਹੀਂ ਪਾਉਂਦੇ। ਕਲੀ ਕਾਲ ਮਾਹੀ ਦਿਥਾਰੋ ਸੁਚਾਲੀ ਮਿਟਾਵੋ ਕੁਪੰਥੰ ਕੁਦੰਭੰ ਕੁਚਾਲੀ। ਕਲਯੁਗ ਦੇ ਸਮੇਂ ਵਿੱਚ ਤੁਸੀਂ ਆਏ ਹੋ ਸਰੀਰ ਧਾਰਨ ਕਰਕੇ, ਕਿਉਂਕਿ ਰੱਬ ਨੇ ਪਹਿਲਾਂ ਬੜੀਆਂ ਜੋਤਾਂ ਭੇਜੀਆਂ, ਬੜਿਆਂ ਰੂਪਾਂ ਦੇ ਵਿੱਚ ਬਹੁਤ ਆਏ। ਦਸ਼ਮੇਸ਼ ਪਿਤਾ ਨੇ ਦਸਮ ਦੀ ਬਾਣੀ ਵਿੱਚ ਜ਼ਿਕਰ ਕੀਤਾ ਹੋਇਆ ਹੈ, ਕਹਿੰਦੇ ਜਿਹੜਾ ਵੀ ਆਇਆ ਰੱਬ ਬਣ ਕੇ ਬਹਿ ਗਿਆ। ਮਹਾਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਕਹਿੰਦੇ ਜਿਹਨੇ ਜਿਹਨੇ ਆਏ ਉਹਨੇ ਆਪਣੇ ਆਪਣੇ ਪੰਥ ਚਲਾਏ। ਸ਼ਿਵ ਨੂੰ ਭੇਜਿਆ ਦੁਨੀਆ ਸੰਭਾਲਣ, ਉਹਨੇ ਆਪਣਾ ਪੰਥ ਚਲਾ ਲਿਆ। ਬ੍ਰਹਮਾ ਨੂੰ ਭੇਜਿਆ ਦੁਨੀਆ ਸਾਜ ਕੇ ਰੱਬ ਦਾ ਨਾਮ ਜਪਾਉਣ ਵਾਸਤੇ, ਉਹਨੇ ਆਪਣਾ ਧਰਮ ਚਲਾ ਲਿਆ। ਜਦ ਫੇਰ ਵੀ ਦੁਨੀਆ ਦੇ ਵਿੱਚ ਧਰਮਾਂ ਦੇ ਹੁੰਦਿਆਂ ਕਰਮ ਕਾਂਡ ਪਾਪ ਬਹੁਤ ਜ਼ਿਆਦਾ ਸੀ, ਹੰਭ ਗਈ ਧਰਤੀ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ, ਜਦ ਮਾਹੇ ਪਠਾਇਆ। ਫੇਰ ਆਏਗਾ। ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰਨ ਕੀਤਾ, ਬੰਦਿਆਂ ਨੂੰ ਬੰਦਾ ਬਣਾਉਣ ਲਈ ਰੱਬ ਨੂੰ ਬੰਦਿਆਂ ਦੇ ਰੂਪ ਵਿੱਚ ਆਉਣਾ ਪਿਆ। ਚਾਰ ਲੱਤਾਂ ਵਾਲਾ ਜੀਵ ਇੰਨਾ ਘਾਤਕ ਨਹੀਂ ਜਿੰਨਾ ਦੋ ਵਾਲਾ ਹੈ। ਬੜੇ ਰੂਪ ਧਰਤੀ ਤੇ ਆਏ, ਕਦੇ ਨਰ ਸਿੰਘ ਦਾ, ਕਦੇ ਬਰਾਹ ਦਾ। ਗੁਰੂ ਸਾਹਿਬ ਨੇ ਸਾਰੇ ਅਵਤਾਰਾਂ ਦਾ ਜ਼ਿਕਰ ਦਸਮ ਦੀ ਬਾਣੀ ਵਿੱਚ ਕੀਤਾ ਹੋਇਆ ਹੈ।
24 ਦੇ 24। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਵਿਅਕਤੀਗਤ ਦੇ ਅਵਤਾਰ ਨਹੀਂ, ਉਹ ਜੰਮਣ ਮਰਨ ਵਿੱਚ ਨਹੀਂ, ਕਿਉਂਕਿ ਮੁਕਤ ਕਿਹਾ ਹੀ ਉਹਨੂੰ ਜਾਂਦਾ ਜਿਹੜਾ ਆਪਣੀ ਮਰਜ਼ੀ ਨਾਲ ਸਰੀਰ ਧਾਰਨ ਕਰਦਾ ਹੈ ਤੇ ਮਰਜ਼ੀ ਨਾਲ ਛੱਡ ਕੇ ਜਾ ਸਕਦੇ ਆ। ਸਤਿਗੁਰੂ ਤੁਸੀਂ ਕਬੁੱਧ ਖਤਮ ਕਰਨ ਵਾਸਤੇ ਆਏ ਹੋ, ਖੋਟੀ ਮੱਤ ਖੋਟੀ ਅਕਲ ਨੂੰ ਡਲਾਉਣ ਵਾਸਤੇ। ਦੁਨੀਆ ਦੇ ਵਿੱਚ ਧੁਰ ਕੀ ਬਾਣੀ ਨੂੰ ਛੱਡ ਕੇ ਕੋਈ ਇੱਕ ਚੀਜ਼ ਐਸੀ ਦੱਸ ਦਿਓ ਜੋ ਬੰਦੇ ਨੂੰ ਸ਼ਾਂਤੀ ਦਿੰਦੀ ਹੋਵੇ। ਧਰਮ ਸਾਰੇ ਸਤਿਕਾਰਯੋਗ ਨੇ, ਹਰ ਧਰਮ ਨੇ ਜੀਵਨ ਦੇ ਤਲ ਤੇ ਜਿਉਣਾ ਸਿਖਾਇਆ ਹੈ, ਗੁਰਬਾਣੀ ਨੇ ਰੂਹਾਨੀਅਤ ਵਿੱਚ ਜਿਉਣਾ ਸਿਖਾਇਆ ਹੈ। ਜਿੱਥੇ ਬਾਹਰ ਦੀ ਡੈਫੀਨੇਸ਼ਨ ਮਰਦ ਨੇ ਜ਼ਿੰਦਗੀ ਦੀ ਦੱਸੀ ਆ ਨਾ ਪਰਿਭਾਸ਼ਾ, ਉੱਥੇ ਅੰਦਰ ਦੀ ਵੀ ਦੱਸੀ ਵੀ ਅੰਦਰ ਇਕਾਗਰ ਕਿਵੇਂ ਹੋਣਾ। ਭੈਣ ਨਾਨਕੀ ਵੇਖੋ ਗੁਰੂ ਸਾਹਿਬ ਦੇ ਭੈਣ ਜੀ ਨੇ, ਪਰ ਸਿੱਖਾਂ ਦੇ ਵਿੱਚੋਂ ਮਹਾਨ ਸਿੱਖ ਆਤਮਾ ਹੈ। ਆਖਣ ਲੱਗੀ ਪਾਤਸ਼ਾਹ ਜੀ ਆ ਜਿਹੜਾ ਸਰੀਰ ਹੈ ਤੁਹਾਡਾ ਇਹ ਪੰਜਾਂ ਤੱਤਾਂ ਦਾ ਹੈ, ਸਾਰੀ ਸ੍ਰਿਸ਼ਟੀ ਦਾ ਬਣਿਆ ਹੋਇਆ। ਇਸਲਾਮ 4 ਤੱਤ ਮੰਨਦਾ ਹੈ, ਪਰ ਗੁਰਬਾਣੀ ਨੇ ਪੰਜਾਂ ਦਾ ਹੀ ਜ਼ਿਕਰ ਕੀਤਾ। ਇਹ ਸੱਚ ਨਹੀਂ ਹੈ। ਇਹੀ ਵਿਖਾਇਆ ਗੁਰੂ ਸਾਹਿਬ ਨੇ ਵੀ ਗੁਰੂਆਂ ਪੀਰਾਂ ਰਹਿਬਰਾਂ ਅਵਤਾਰਾਂ ਦੇ ਸਰੀਰ ਵੀ ਮਿੱਟੀ ਦੇ ਹਨ, ਇਹਨਾਂ ਦੀ ਪੂਜਾ ਨਹੀਂ ਕਰਨੀ। ਪੂਜਾ ਉਸ ਅਕਾਲ ਦੀ ਕਰਨੀ ਹੈ ਜਿਸ ਅਕਾਲ ਪਰਮੇਸ਼ਰ ਵਾਹਿਗੁਰੂ ਦਾ ਜ਼ਿਕਰ ਭੈਣ ਨਾਨਕੀ ਜੀ ਨੇ ਚੜ੍ਹਦੀ ਉਮਰੇ ਕਰਤਾ। ਤੁਸੀਂ ਉਹ ਪਰਮੇਸ਼ਰ ਹੋ, ਆਪ ਨਾਰਾਇਣ ਹੋ, ਜਗ ਵਿੱਚ ਛੁਪ ਕੇ ਰਹਿੰਦੇ ਹੋ। ਸਦਾ ਐਸ ਹੀ ਮੋਹ ਕੋ ਦਾਨ ਦੀਜੈ, ਮਤਨ ਨਾ ਵਿਸਾਰੋ ਕਬੈ ਯੋਂ ਪਰਸੀਜੈ। ਐ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਦਿਲੋਂ ਨਾ ਵਿਸਾਰਿਓ। ਕੌਣ ਹੋ ਤੁਸੀਂ? ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭੈਣ ਨਾਨਕੀ ਤੇ ਉਸ ਰੂਪ ਨੂੰ ਵੇਖ ਰਹੀ ਹੈ, ਭੈਣ ਨਾਨਕੀ ਤੇ ਉਸ ਰੱਬ ਨੂੰ ਪਛਾਣਦੀ ਹੈ। ਕਿਉਂਕਿ ਆਮ ਤੌਰ ਤੇ ਆਪਾਂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਆ, ਪ੍ਰਸੰਗ ਸੁਣਦੇ ਆ, ਗੱਲਾਂ ਬੜੀਆਂ ਘਟਾ ਵਧਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ। ਭੈਣ ਜੀ ਏਦਾਂ ਬੋਲਦੇ ਸੀ, ਭਰਾ ਏਦਾਂ ਸੀ। ਨਹੀਂ, ਅਸਲ ਰੂਪ ਇਹ ਸੀ। ਭੈਣ ਨੇ ਕਦੇ ਆਪਣੇ ਵੀਰ ਨੂੰ ਵੀਰ ਨਹੀਂ ਸੀ ਸਮਝਿਆ, ਕਦੇ ਭਰਾ ਵੀ ਨਹੀਂ ਸੀ ਮੰਨਿਆ, ਹਮੇਸ਼ਾ ਪਰਮੇਸ਼ਰ ਜਾਣਦੇ ਸੀ। ਅੱਖਾਂ ਭਰ ਕੇ ਪਤਾ ਕੀ ਆਖਦੇ ਆ, ਪਾਤਸ਼ਾਹ ਵਿਸਾਰਿਓ ਨਾ ਕਦੇ, ਦੂਰ ਨਾ ਕਰਿਓ। ਉਹ ਰਿਸ਼ਤੇਦਾਰ ਨੂੰ ਕਹਿਣਾ ਪੈਂਦਾ ਜੀ, ਭਰਾਵਾਂ ਨੂੰ ਕਹਿਣਾ ਪਊਗਾ ਸਾਨੂੰ ਭੁੱਲਿਓ ਨਾ, ਕਿਉਂਕਿ ਦੁਨੀਆ ਦੇ ਰਿਸ਼ਤੇ ਹੁੰਦੇ ਤੇ ਐਸੇ ਹੀ ਨੇ। ਪਰ ਇਹ ਰਿਸ਼ਤਾ ਉਸ ਨਿਰੰਕਾਰ ਦਾ ਹੈ, ਪਰਮਾਤਮਾ ਦਾ ਹੈ। ਗਲ ਪੱਲਾ ਪਾ ਹੱਥ ਜੋੜ ਭੈਣ ਜੀ ਆਖਣ ਲੱਗੇ, ਰੱਬਾ ਮੇਰਿਆ ਵਿਸਾਰ ਨਾ ਕਰਿਓ। ਬਾਣੀ ਨੇ ਦੱਸਿਆ ਨਾ, ਕਹਿੰਦੇ ਜੇ ਤੂੰ ਰੱਬ ਵਿਸਾਰਿਆ ਰੱਬ ਨਾ ਵਿਸਰਿਓ। ਕੀ ਹੋਇਆ? ਤੂੰ ਰੱਬ ਨੂੰ ਭੁਲਾਈ ਫਿਰਦਾ ਹੈ, ਤੂੰ ਰੱਬ ਨੂੰ ਜਪਦਾ ਕਦੇ ਨਹੀਂ। ਇੰਨੇ ਹੰਕਾਰ ਵਿੱਚ ਉੱਡਿਆ ਫਿਰਦਾ ਬੰਦਿਆ, ਜਿੱਦਣ ਤੈਨੂੰ ਉਹਨੇ ਭੁਲਾਤਾ ਨਾ, ਫਿਰ ਲਿਆ ਹੋਇਆ ਸਾਂ ਵਾਪਸ ਨਹੀਂ ਆਉਣਾ। ਆਖੋ ਸਤਿਨਾਮ। ਜਿੱਦਣ ਰੱਬ ਭੁਲਾ ਦਿੰਦਾ ਉਧਰ ਫਿਰ ਚਾਰ ਚੁੱਕ ਲੈਂਦੇ ਆ। ਅੱਖਾਂ ਉਹੀ ਸੀ ਜਿਹੜੀਆਂ ਵੇਖਦੀਆਂ, ਹੁਣ ਖੁੱਲਦੀਆਂ ਵੀ ਨਹੀਂ। ਪੈਰ ਉਹੀ ਨੇ, ਭੰਗੜੇ ਪਾਉਂਦਾ ਸੀ, ਨੱਚਦਾ ਗਾਉਂਦਾ ਸੀ, ਹੁਣ ਲੱਤ ਸਿੱਧੀ ਨਹੀਂ ਹੁੰਦੀ, ਆਕੜੀ ਪਈ ਹੈ। ਕੰਨ ਉਹੀ ਸੀ, ਜ਼ੁਬਾਨ ਉਹੀ ਸੀ, ਸਰੀਰ ਉਹੀ ਸੀ ਜੋ ਜਿਮਨਾਸਟਿਕ ਵਾਂਗ ਚੱਲਦਾ ਸੀ, ਅੱਜ ਹਲਾਇਆ ਨਹੀਂ ਹਿਲਦਾ। ਭਾਵੇਂ ਕੂੜੇ ਵਾਲੇ ਡੰਪ ਵਿੱਚ ਜਾ ਕੇ ਸੁੱਟ ਦਿਓ ਤਾਂ ਨਹੀਂ ਬੋਲਣਾ, ਧਰਤੀ ਵਿੱਚ ਦੱਬ ਦਿਓ, ਫੁੱਲ ਚੜਾ ਦਿਓ, ਚੰਦਨ ਪਾ ਦਿਓ, ਨਹੀਂ ਬੋਲੇਗਾ ਨਾ। ਕੌਣ ਹੈ ਇਹਦੇ ਵਿੱਚ ਜਿਹੜਾ ਇਹਨੂੰ ਚਲਾਈ ਫਿਰਦਾ ਹੈ? ਉਹ ਨਿਰੰਕਾਰ ਦੀ ਜੋਤ ਹੈ। ਭੈਣ ਨਾਨਕੀ ਦੇ ਨੇਤਰਾਂ 'ਚ ਅਥਰੂ ਆ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਇਹ ਦ੍ਰਿਸ਼ ਵੇਖ ਉਸ ਵੇਲੇ ਭਾਵੁਕ ਹੋ ਗਿਆ। ਇਤੇ ਮਦ ਜੈ ਰਾਮ ਆਇਓ ਤਾਹੀ, ਸੁਸਾ ਨਾਨਕੀ ਸੋ ਮਿਲੇ ਬੈਸ ਜਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਲੰਗੇ ਤੇ ਬਿਠਾਇਆ, ਵਿਹੜੇ ਵਿੱਚ ਬੈਠੇ ਨੇ ਸਤਿਗੁਰੂ, ਲੱਸੀ ਛਕਾਈ। ਉਹਨਾਂ ਸਮਿਆਂ 'ਚ ਛਕਣਾ ਛਕਾਉਣਾ ਇਹੀ ਹੁੰਦਾ ਸੀ, ਦੁੱਧ ਲੱਸੀ ਜਾਂ ਗੁੜ ਹੋਣਾ ਨਾਲ। ਲੱਸੀ ਪੀਣ ਤੋਂ ਬਾਅਦ ਸਤਿਗੁਰਾਂ ਗਲਾਸ ਨੀਚੇ ਰੱਖੇ ਨੇ, ਬੈਠੇ ਨੇ, ਹਾਲ ਚਾਲ ਪੁੱਛਦੇ ਆ। ਪਰ ਭੈਣ ਜੀ ਉਹਨਾਂ ਨੇ ਇਹ ਨਹੀਂ ਪੁੱਛਿਆ ਮੇਰੀ ਮਾਂ ਦਾ ਕੀ ਹਾਲ ਹੈ, ਇਹ ਨਹੀਂ ਪੁੱਛਿਆ ਬਾਬਲ ਮੇਰਾ ਕਿਹੜੇ ਹਾਲਾਂ 'ਚ ਹੈ। ਉਹ ਇਹ ਪੁੱਛਦੇ ਨੇ ਸੱਚੇ ਪਾਤਸ਼ਾਹ ਵਿਸਾਰਿਓ ਨਾ, ਭੁਲਾਇਓ ਨਾ, ਨਜ਼ਰਾਂ ਵਿੱਚ ਰੱਖਿਓ, ਨਜ਼ਰ ਅਨਾਇਤ ਕਰਿਓ। ਇੰਨੇ ਨੂੰ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਦਰਵਾਜ਼ੇ 'ਚ ਪ੍ਰਵੇਸ਼ ਹੋਏ। ਜਦੋਂ ਨਾ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਨਾ, ਅਚਨਚੇਤੀ ਆਏ ਨਾ, ਸਹਿਜ ਸੁਭਾਅ ਆਏ ਨੇ, ਖੱਤ ਲੈ ਕੇ ਆਏ ਨੇ। ਉਹ ਰੌਲਾ ਪਾਉਂਦੇ ਉਹਦੇ ਖੁਸ਼ੀ ਦੇ ਵਿੱਚ, ਕਿਉਂਕਿ ਉਹ ਵੀ ਦਿਨ ਸੀ ਜਦੋਂ ਸਤਿਗੁਰ ਜੀ ਭੈਣ ਜੀ ਨੂੰ ਲੈਣ ਆਏ ਸੀ ਨਾ, ਕਿ ਉਦੋਂ ਜਾਣ ਨਹੀਂ ਸੀ ਦਿੰਦੇ ਭਾਇਆ ਚਿਹਰਾ। ਜਦੋਂ ਸਤਿਗੁਰਾਂ ਨੂੰ ਵੇਖ ਉਹ ਭੱਜੇ ਆਏ ਨਾ ਦਰਵਾਜ਼ੇ ਤੋਂ,
गुरु नानक साहब महाराज कलगी तो उठ पए, उन्हां बाहां बुलाईਆਂ, सतगुरां ने भज के जाके चरनी हथ लाए ने। उठे बंदना को निहारे जय रामा, हटायो इन्हें आप कीनी प्रणामा। ਹੁਣ ਸਤਗੁਰਾਂ ਨੇ ਦਰਵਾਜ਼ੇ ਵਿੱਚ ਆਉਂਦਿਆਂ ਭਾਈਆ ਜੈ ਰਾਮ ਦੇ ਪੈਰਾਂ ਤੇ ਜਾ ਕੇ ਮੱਥਾ ਟੇਕਦਾ। ਇਹ ਕੀ ਹੈ? ਵੱਡਿਆਂ ਦਾ ਸਤਿਕਾਰ। ਅੱਜ ਤੇ ਸਾਡੀ ਧੌਣ 'ਚ ਇਦਾਂ ਦੇ ਕਿੱਲੇ ਆਕੜੇ ਹੋਏ ਆ ਵੀ ਸਾਹਮਣੇ ਵਾਲਾ ਜੇ ਫਤਿਹ ਬੁਲਾਊ ਤਾਂ ਬੁਲਾਊਗਾ, ਜੇ ਉਹ ਸਤਿ ਸ੍ਰੀ ਅਕਾਲ ਬੋਲੇਗਾ ਮੈਂ ਤਾਂ ਬੋਲਣਾ। ਤੇ ਰੱਬ ਨੂੰ ਵੇਖੋ ਕਿੰਨੀ ਨਿਮਰਤ ਹੈ, ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦਾ ਸਤਿਕਾਰ। ਤੇ ਜੀਵਨ 'ਚ ਇਹ ਬਣ ਜੇ ਤੇ ਜੀਵਨ ਤੇ ਸਾਡਾ ਸੋਨਾ ਬਣ ਜੇ। ਲੈ ਕੇ ਕੀ ਜਾਣਾ ਇੱਥੋਂ? ਆ ਦੋ ਬੋਲੇ ਬੰਦੇ। ਜਿੱਦਣ ਦੁਨੀਆ ਤੋਂ ਜਾਵਾਂਗੇ ਕਿਸੇ ਨੇ ਨਹੀਂ ਕਹਿਣਾ ਇੰਨੇ ਕਰੋੜ ਦਾ ਮਾਲਕ ਸੀ, ਕਿਸੇ ਨੇ ਨਹੀਂ ਕਹਿਣਾ ਤੇਰਾ ਕਿਹੜੇ ਬੈਂਕ 'ਚ ਅਕਾਊਂਟ ਸੀ, ਕਿੱਥੇ ਖਾਤਾ ਚੱਲਦਾ ਸੀ, ਕਿੰਨੇ ਘਾਟੇ ਵਾਧੇ ਠੱਗੀਆਂ ਮਾਰੀਆਂ, ਕੀ ਖੱਟਿਆ। ਲੋਕੀ ਇਹੀ ਕਹਿਣਗੇ ਬੋਲਦਾ ਬੜਾ ਚੰਗਾ ਸੀ, ਮਿਲਣਸਾਰ ਸੀ। ਤੇ ਜੇ ਉਹ ਮਾੜਾ ਉਤੋਂ ਤੋਂ ਚੰਗਾ ਕਹੀ ਜਾਂਦੇ, ਅੰਦਰੋਂ ਕਹਿੰਦੇ ਚੱਲ ਵਧੀਆ ਹੋਇਆ ਗਲੋਂ ਲੱਥਾ ਸਾਡਾ ਤਰਪਾਇਆ ਪਿਆ ਸੀ ਸਾਰਾ। ਲੋਕੀ ਫਿਰ ਬਾਅਦ ਚੋਂ ਗੱਲਾਂ ਕਰਦੇ। ਬੰਦੇ ਦੀ ਸਭ ਤੋਂ ਵੱਡੀ ਇੱਜ਼ਤ ਕੀ ਹੈ? ਉਹਦੀ ਪਿੱਠ ਪਿੱਛੇ ਉਹਦਾ ਸਤਿਕਾਰ ਹੋਣਾ। ਮੂੰਹ ਤੇ ਲੋਕ ਪੈਸੇ ਲੈ ਕੇ ਵੀ ਕਰ ਦਿੰਦੇ ਆ, ਮੂੰਹ ਤੇ ਸਿਫਤਾਂ ਕੀਤੀਆਂ ਕੋਈ ਫਾਇਦਾ ਨਹੀਂ ਹੈ। ਤੁਹਾਡੇ ਪਿੱਛੋਂ ਵੀ ਕੋਈ ਤੁਹਾਡੀ ਬੁਰਾਈ ਨਾ ਸੁਣੇ, ਇਹ ਤੁਹਾਡੀ ਜ਼ਿੰਦਗੀ ਦੀ ਕਮਾਈ ਹੋਈ ਦੌਲਤ ਹੈ। ਜੈ ਰਾਮ ਜੀ ਦੇ ਜਦੋਂ ਮਹਾਰਾਜ ਨੇ ਚਰਨੀ ਹੱਥ ਲਾਏ ਨਾ, ਉਹ ਸ਼ਰਮਿੰਦੇ ਹੋ ਗਏ, ਕਿਉਂਕਿ ਰਾਏ ਬੁਲਾਰ ਜੀ ਨੇ ਕਿਹਾ ਸੀ ਕਿ ਰੱਬ ਨੇ, ਪਰਮੇਸ਼ਰ ਨੇ, ਪਰਮਾਤਮਾ ਨੇ ਵੇਖੀ ਕਿਤੇ ਆਪਣਾ ਰਿਸ਼ਤੇਦਾਰ ਨਾ ਮੰਨ ਲਈ। ਜਦੋਂ ਗੁਰੂ ਸਾਹਿਬ ਕਲਗੇ ਤੇ ਬਹਿ ਗਏ ਨਾ, ਜੈ ਰਾਮ ਜੀ ਨੇ ਮੌਕਾ ਜਿਹਾ ਵੇਖਿਆ ਵੀ ਹੁਣ ਸਹਿਜ ਸੁਭਾਅ ਬੈਠੇ ਆ। ਕਹਿੰਦੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖਤਾ। ਮਹਾਰਾਜ ਜੀ ਤੋਂ ਉੱਠ ਕਹਿੰਦੇ ਇਹ ਕੀ ਕੀਤਾ? ਕਹਿੰਦੇ ਪਹਿਲਾਂ ਤੁਸੀਂ ਮੱਥਾ ਟੇਕਤਾ ਸੀ, ਵਾਪਸ ਕਰਤਾ। ਖੁਦਾ ਦਾ ਨਾਮ, ਕਿੰਨਾ ਪਿਆਰਾ ਰਿਸ਼ਤਾ ਹੈ, ਕਿੰਨੀ ਪ੍ਰੀਤ ਹੈ। ਇਹ ਸਤਿਗੁਰਾਂ ਦੇ ਭੈਣ ਨਾਨਕੀ ਦੇ ਜੀਵਨ ਦਾ ਕਿੱਡਾ ਵਿਸਥਾਰ ਹੈ। ਉਹ ਆਪ ਬੰਦਗੀ ਵਾਲੇ ਸੀ ਤੇ ਪਤੀ ਤੇ ਵੀ ਅਸਰ ਹੋ ਗਿਆ, ਤੇ ਉਹ ਵੀ ਇੰਨਾ ਪ੍ਰਭਾਵੀ ਸੀ, ਜੀਵਨ ਵਾਲਾ ਸੀ। ਸੁਣੀ ਜਾਓ ਅਗਲੀ ਕਥਾ ਨੂੰ ਸੁਲਤਾਨਪੁਰ ਲੋਧੀ ਚ ਕੀ ਗੁਜ਼ਰਦਾ। ਮਰਦ ਕੋਲ ਬੈਠੇ ਸੁੱਖ ਸਾਧ ਪੁੱਛੀ, ਭਾਈ ਬਾਲਾ ਦੀ ਨਾਲ ਬੈਠੇ ਨੇ ਪੈਂਦਾ ਵਾਲੇ ਪਾਸੇ, ਦੋਨੋਂ ਬੜੇ ਖੁਸ਼ ਨੇ। ਤੇ ਜੈ ਰਾਮ ਜੀ ਨੂੰ ਤੇ ਖੁਸ਼ੀ ਇੰਨੀ ਜ਼ਿਆਦਾ ਸੀ, ਉਹਨਾਂ ਨੇ ਆਪਣੇ ਪਿਤਾ ਪਰਮਾਨੰਦ ਜੀ ਨੂੰ ਬੁਲਾਇਆ, ਜੋ ਗੁਰੂ ਸਾਹਿਬ ਦੇ ਮਾਸਟਰ ਜੀ ਲੱਗਦੇ। ਕਹਿੰਦੇ ਆਓ ਵੇਖੋ, ਉਹ ਬਜ਼ੁਰਗ ਜ਼ਾਦਾ ਨੇ। ਉਹ ਆਏ ਕੋਲੇ, ਮਰਦ ਜੀ ਉਹਨਾਂ ਨੂੰ ਵੀ ਨਮਸਕਾਰ ਕਰਤੀ, ਉਹਨਾਂ ਸਿਰ ਤੇ ਹੱਥ ਰੱਖਿਆ, ਆਸ਼ੀਰਵਾਦ ਦਿੱਤਾ। ਘਰ ਪਰਿਵਾਰ ਦੀ ਸੁੱਖ ਸਾਂਦ ਪੁੱਛਦੇ ਨੇ। ਕਹੇ ਬੈਨ ਜੈ ਰਾਮ ਧਾਮਨ ਪੁਨੀਤਾ, ਕਹੋ ਆਵਨੇ ਤੇ ਓੜੀ ਕੰਤ ਨੀਤਾ। ਤੇ ਜੈ ਰਾਮ ਜੀ ਉਲਾਂਭਾ ਦੇਣ ਲੱਗੇ ਸਤਿਗੁਰਾਂ ਨੂੰ। ਕਹਿੰਦੇ ਬੜਾ ਲੰਮਾ ਸਮਾਂ ਲਾਤਾ, ਇੰਨੀ ਦੇਰ ਬਾਅਦ ਆਏ ਹੋ, ਸ਼ੁਕਰ ਹੈ ਕਹਿੰਦੇ ਦੇਰ ਆਈ ਦਰੁਸਤ ਆਈ। ਧੰਨ ਭਾਗ ਸਾਡੇ ਗਰੀਬਾਂ ਦੀ ਕੁੱਲੀ ਭਾਗ ਲਾਏ, ਆਖੋ ਸਤਿਨਾਮ। ਬਾਅਦ ਕਹਿੰਦੇ ਭਾਈਆ ਜੀ ਦਾ ਨਾ ਕਰੋ, ਰੱਬ ਘਰ ਆਇਆ, ਪਰਮਾਤਮਾ ਆਇਆ। ਇਹ ਤੇ ਪਛਾਣ ਦੀ ਗੱਲ ਹੈ। ਜੇ ਅੱਖਾਂ ਦੇ ਵਿੱਚ ਨਜ਼ਰੀਆ ਹੀ ਨਹੀਂ ਪਛਾਣਨ ਦਾ, ਉਹ ਰੱਬ ਦੇ ਘਰ ਬਹਿ ਕੇ ਵੀ ਕਦੇ ਰੱਬ ਨਜ਼ਰ ਲੋਕਾਂ ਨੂੰ ਨਹੀਂ ਆਉਂਦਾ। ਆਖੋ ਸਤਿਨਾਮ। ਮੰਦਰ ਮਸਜਿਦ ਗੁਰਦੁਆਰੇ ਚੱਲ ਜਾਓ, ਕੀ ਕੁਝ ਚੱਲਦਾ ਹੈ, ਸਾਨੂੰ ਉਹੀ ਦੱਸੇਗਾ ਜੋ ਸਾਡੇ ਅੰਦਰ ਹੋਏਗਾ। ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਏਗੀ ਨਾ, ਉਹਨਾਂ ਨੂੰ ਇਹ ਪਤਾ ਲੱਗਣਾ ਵੀ ਗੁਰੂ ਘਰ ਅੰਦਰ ਪ੍ਰਵੇਸ਼ ਹੋਏ ਸੀ। ਬਾਣੀ ਦੇ ਬਚਨ ਗੁਰੂ ਸਾਹਿਬ ਦੇ ਕੀ ਆ ਰਹੇ ਸੀ, ਗ੍ਰੰਥੀ ਸਿੰਘ ਕੀ ਪੜ੍ਹਦਾ ਸੀ, ਪਾਠੀ ਸਿੰਘ ਨੇ ਕਿਹੜੇ ਅੰਮ੍ਰਿਤ ਬਚਨ ਬੋਲੇ ਉਦੋਂ ਉਪਦੇਸ਼ ਵਿੱਚ। ਅਸੀਂ ਕਿਤੇ ਸਾਡੇ ਕੋਲ ਤੇ ਦੁਨਿਆਵੀ ਗੱਲਾਂ ਹੁੰਦੀਆਂ ਨੇ, ਕਿਹਨੇ ਕਿਹੜੇ ਕੱਪੜੇ ਪਾਏ ਸੀ, ਅੱਜ ਕੌਣ ਕੌਣ ਆਇਆ ਸੀ, ਕਿਹਨੇ ਕੀ ਕਿਹਾ। ਜਿੰਨੀ ਕੁ ਕਥਾ ਸੁਣਦੇ ਆ, ਜਿੰਨਾ ਕੁ ਕੀਰਤਨ ਸੁਣਦੇ ਆ, ਉਹ ਤੋਂ ਦੁੱਗਣਾ ਭਾਰ ਅਸੀਂ ਲੋਕਾਂ ਦੀ ਮੈਲ ਲਾ ਕੇ ਸਿਰ ਤੇ ਲੈ ਲੈਂਦੇ ਆ। ਆਏ ਸੀ ਗੁਰੂ ਘਰ ਬਹਿ ਕੇ ਪਾਠ ਕੀਤਾ, ਸਿਮਰਨ ਕੀਤਾ, ਸੇਵਾ ਕੀਤੀ, ਕਰ ਲਿਆ ਸਾਰਾ ਕੁਝ। ਕਿਹਦੇ ਲਈ ਕੀਤਾ? ਜਿਹਦੀ ਨਿੰਦਿਆ ਚੁਗਲੀ ਕੀਤੀ, ਸਾਰਾ ਕੁਝ ਉਹਨੂੰ ਸੌਂਪ ਗਿਆ। ਆਖੋ ਸਤਿਨਾਮ। ਵੀ ਸ਼ਾਬਾਸ਼ ਤੂੰ ਨਾ ਆਇਆ ਕਰ, ਅਸੀਂ ਹੈਗੇ ਆ ਭਾਈ, ਕਰੋਗੇ। ਉਹ ਜੈ ਰਾਮ ਉੱਤੋਂ ਬੋਲ ਨਹੀਂ ਬੋਲਦੇ, ਅੰਦਰੋਂ ਬੋਲਦੇ ਆ। ਬਸ ਇਹੀ ਫਿਤਰਤ ਹੈ ਮਨੁੱਖ ਦੀ। ਅਸੀਂ ਕਿਸੇ ਦੇ ਆਇਆ ਕਹਿੰਦੇ ਆ, ਉਹ ਯਾਰ ਤੈਨੂੰ ਹੁਣੇ ਯਾਦ ਕੀਤਾ ਸੀ, ਦੇਖ ਕੇ ਖੁਸ਼ੀ ਹੈ ਨਾ, ਫੇਰ ਸਮਾਈਲ। ਪਿੱਠ ਮੋੜ ਕੀ ਕਹਿੰਦਾ? ਕਹਿੰਦੇ ਚੰਦਰਾ ਕਿੱਥੋਂ ਮੱਥੇ ਲੱਗ ਗਿਆ, ਅੱਜ ਨਹੀਂ ਕੰਮ ਬਣਦਾ। ਪਿੱਠ ਮੋੜ ਕੇ ਅਸੀਂ ਇੱਦਾਂ ਬੋਲਦੇ ਆ। ਇਹ ਸਾਡੇ ਜੀਵਨ ਦੀ ਸੱਚਾਈ ਹੈ। ਕਿੰਨਾ ਚੰਗਾ ਹੋਏਗਾ ਜੋ ਅੰਦਰੋਂ ਹਾਂ ਉਹੀ ਅਸੀਂ ਬਾਹਰੋਂ ਹੋ ਜਾਈਏ। ਗੁਰਬਾਣੀ ਇਹੀ ਤੇ ਸਿਖਾ ਰਹੀ ਹੈ ਵੀ ਬੰਦਿਆ ਕਦੇ ਡੰਗਰ ਨੂੰ ਕਹਿਣਾ ਨਹੀਂ ਪੈਂਦਾ ਡੰਗਰ ਬਣ, ਗਧੇ ਨੂੰ ਕਹਿਣਾ ਨਹੀਂ ਪੈਂਦਾ ਗਧਾ ਬਣ, ਕੁੱਤੇ ਨੂੰ ਕਹਿਣਾ ਨਹੀਂ ਪੈਂਦਾ ਕੁੱਤਾ ਬਣ। ਸਿਰਫ ਇੱਕ ਬੰਦਾ ਜਿਹਨੂੰ ਹਰ ਵੇਲੇ ਕਹਿਣਾ ਪੈਂਦਾ ਬੰਦਾ ਬਣ ਜਾ, ਨਹੀਂ ਬਣਾ ਦਿਆਂਗੇ। ਆਖੋ ਸਤਿਨਾਮ। ਕਿਉਂ? ਇਹ ਬੰਦਾ ਬਣ ਕੇ ਵੀ ਬੰਦਾ ਨਹੀਂ ਹੈ।
ये बंदगी नहीं करता। बंदा शब्द फारसी का है, भाव की है बंदगी कर, रब नूं जान, कोई उस परमात्मा नूं सारी सृष्टि विच वेख। ते सतगुरां दे जीजा जी दिलों कहंदे सी, कहंदे वड्डे भाग साडे शुकर आ गए, मैं ते रोज याद करदा, रोज चेते करना। क्योंकि राय बुलार जी एक गुरमुख प्यारे ने, बंदगी वाले मुसलमान ने, गुरु नानक साहब दे सेवक ने, उस महापुरख दे कहे हुए बोलां ते इन्ना प्रभाव करता। जय राम जी नूं मच्छी वांग तलब लगी रहिंदी सी, जिवें मच्छी पानी पानी करदी है ना, पानी च रह के हर वेले वो अपनी पत्नी नानकी नाल बैठ के गुरु नानक साहब दी गल्लां करदी सी। जदों उन्हां वेखिया भी सतगुरां दी भैण दी ਏਡੀ ਵੱਡੀ ਸ਼ਰਧਾ, मैं कहना आपां लख पाठ करी जाइए जी, सारी दुनिया सानू चंगा आखूगी, घर ते फेर गालां कड्ढी जाणगे, कहंदे ला ਇਹ 8 ਵਜੇ तक नहीं उठदा, ਤੁਸੀਂ ਕਹਿੰਦੇ ਗੁਰਮੁਖ ਪਿਆਰਾ बड़ी बंदगी कर दो, ते ना बानी महीना ਟੱਬਰ ਵਾਲਿਆਂ ਨੂੰ ਕਦੇ ਸ਼ਰਧਾ ਹੋ, ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ, ਉਹਨਾਂ ਦੀ ਨਜ਼ਰ 'ਚ ਤੁਸੀਂ ਉਹੋ ਜਿਹੇ ਹੀ ਰਹਿਣਾ। ਪਰ ਵੇਖੋ ਭੈਣ ਨਾਨਕੀ ਆਪਣੇ ਭਰਾ ਨੂੰ ਰੱਬ ਮੰਨ ਰਹੀ ਹੈ। ਜੇ ਦੁਨਿਆਵੀ ਭੈਣ ਹੁੰਦੀ ਤੇ 100 ਗੁਣ ਕੱਢਦੀ ਵੀ ਇਹ ਛੋਟੇ ਹੁੰਦਿਆਂ ਮੇਰੀਆਂ ਚੀਜ਼ਾਂ ਚੁੱਕ ਕੇ ਖਾ ਜਾਂਦਾ ਸੀ, ਇਦਾਂ ਕਰਦਾ ਸੀ, ਉਦਾਂ ਕਰਦਾ ਸੀ। ਅੱਜ ਕਿਸੇ ਭੈਣ ਭਰਾ ਕੋਲ ਬਹਿ ਜਾਓ, ਉਹ ਬਚਪਨ ਦੀਆਂ ਬੁਰਾਈਆਂ ਦੱਸੀ ਜਾਊ। ਭੈਣ ਬਹਿ ਕੇ ਮੇਰਾ ਭਰਾ ਛੋਟਾ ਹੁੰਦਾ ਇਦਾਂ ਦਾ ਸੀ, ਇਹਨੂੰ ਮੈਂ ਇੰਨੀ ਵਾਰ ਬਚਾਇਆ, ਭਰਾ ਨੂੰ ਪੁੱਛ ਲੋ, ਕਹਿੰਦਾ ਲੈ ਇਦਾਂ ਦੀ ਹੋਈ ਸੀ, ਇਹਨੂੰ ਬਹੁਤ ਅਕਲ ਸੀ, ਸਿਆਣੀ ਸਮਝਦੀ ਆਪਣੇ। ਪਰ ਇੱਥੇ ਰਿਸ਼ਤਾ ਵੇਖੋ, ਬੇਸ਼ੱਕ ਤਨ ਕਰਕੇ ਭੈਣ ਭਰਾ ਹਨ, ਆਦਬ ਸਤਿਕਾਰ ਤੇ ਰੁਤਬਾ ਕਿੰਨਾ ਵੱਡਾ ਹੈ। ਭੈਣ ਨਾਨਕੀ ਦੇ ਨੇਤਰ ਭਰੇ ਨੇ ਆਪਣੇ ਭਰਾ ਨੂੰ ਵੇਖ ਕੇ, ਉਹ ਪੀੜੀ ਤੇ ਬੈਠੇ ਸਾਹਮਣੇ ਵੇਖੀ ਜਾ ਰਹੇ ਨੇ। ਗੁਰੂ ਸਾਹਿਬ ਦੀਆਂ ਅੱਖਾਂ ਬੜੀਆਂ ਚੰਚਲ ਨੇ, ਉਹ ਕਦੇ ਕਿਸੇ ਵੱਲ ਵੇਖ ਲੈਂਦੇ, ਕਦੇ ਕਿਸੇ ਵੱਲ ਵੇਖ, ਬੋਲਦੇ ਬਹੁਤ ਘੱਟ ਹਨ। ਨਿਹਾਲੰ ਕੀਓ ਮੋਏ ਦੀਨੋ ਦੀਦਾਰਨ, ਅਹੋ ਸੰਤ ਰੂਪੰ ਅਨੂਪੰ ਦਿਆਰਨ। ਤੇ ਭਾਈਆ ਜੈਰਾਮ ਸਤਿਗੁਰਾਂ ਨੂੰ ਕੀ ਨਾਨਕ ਕਹਿ ਕੇ ਬੁਲਾਉਂਦੇ ਸੀ? ਨਹੀਂ, ਸੰਤ ਜੀ, ਬੰਦਗੀ ਕਰਦੇ ਮਹਾਂਪੁਰਖ ਸਾਧੂ। ਕਹਿੰਦੇ ਸੰਤੋ ਮਹਾਂਪੁਰਖੋ ਸ਼ੁਕਰ ਹੈ ਘਰੇ ਚਰਨ ਪਾਏ, ਹੁਣ ਚਰਨਾਂ ਨੂੰ ਇੱਥੇ ਟਿਕਾ ਕੇ ਰੱਖਿਓ, ਆਖੋ ਸਤਿਨਾਮ। ਇਹ ਨਾ ਹੋਵੇ ਨਾ ਕਿਤੇ ਹੋਰ ਚੱਲ ਜਾਓ, ਸੇਵਾ ਦਾ ਮੌਕਾ ਦਿਓ ਸਾਨੂੰ। ਜੇ ਹੁਣ ਘਰ ਆਏ ਹੋ ਤੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਹਜੇ ਉਹਨਾਂ ਖਤ ਨਹੀਂ ਪੜਿਆ ਤੇ ਨਾ ਗੁਰੂ ਸਾਹਿਬ ਨੇ ਪੜਾਇਆ। ਇਹ ਜੋ ਹੋ ਰਿਹਾ ਹੈ ਸਹਿਜ ਸੁਭਾਅ ਹੋ ਰਿਹਾ ਏ। ਚਹੂੰ ਪੋਸ਼ੀਸ਼ਨ ਜੈਸ ਤੈਸੀ ਹੰਡਾਵੋ, ਰੁਚੇ ਜੋ ਹਿਰਦੈ ਸੋ ਭਲੀ ਭਾਂਤ ਖਾਵੋ। ਤੇ ਫਿਰ ਸਤਿਗੁਰਾਂ ਨੂੰ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ ਕੁਝ ਬੇਨਤੀਆਂ ਨੇ ਪ੍ਰਵਾਨ ਕਰਿਓ। ਦੇਖੋ ਇਹ ਫਰਕ ਹੁੰਦਾ, ਰਿਸ਼ਤੇਦਾਰ ਦੇ ਘਰ ਜਾਓਗੇ ਤੁਹਾਨੂੰ 10 ਗੱਲਾਂ ਸਮਝਾਊਗਾ। ਵੇਖੋ ਗਵਾਂਢੀਆਂ ਨਾਲ ਨਹੀਂ ਬੋਲਣਾ, ਸਾਡੀ ਨਹੀਂ ਬਣਦੀ। ਬੇਟੇ ਇਸ ਗਰਾਊਂਡ 'ਚ ਨਹੀਂ ਖੇਡਣਾ, ਇਹ ਆਪਾਂ ਨੂੰ ਲਾਈਕ ਨਹੀਂ ਕਰਦੇ, ਇਹ ਤਾਂ ਦੀ ਗੱਲ ਦੱਸਦੇ ਨਾ। ਇੱਥੇ ਨਹੀਂ ਖੜਨਾ, ਇੱਥੇ ਆਹ ਚੀਜ਼ ਪਈ ਹੈ, ਇਸ ਵਾਸ਼ਰੂਮ ਨਹੀਂ ਜਾਣਾ, ਤੂੰ ਉਸ ਕਮਰੇ 'ਚ ਨਹੀਂ ਜਾਣਾ, ਬੜਾ ਕੁਛ ਹੁੰਦਾ ਹੈ। ਕਿਉਂਕਿ ਉਹ ਰਿਸ਼ਤੇਦਾਰ ਨੇ, ਮਤਲਬ ਖਰੀਦੇ ਹੋਏ ਵਪਾਰ ਦੇ ਨਾਤੇ, ਜਿਨ੍ਹਾਂ ਨਾਤਿਆਂ ਨੂੰ ਮਾਇਆ ਕਰਕੇ ਜੋੜਿਆ, ਜਿੱਦਣ ਨਿਕਲ ਗਈ ਉਧਰ ਖਤਮ ਹੋ ਜਾਣਗੇ। ਪਰ ਰਿਸ਼ਤੇ ਤੇ ਐਸੇ ਨੇ। ਹੁਣ ਕਹਿੰਦੇ ਤੇ ਆਪਾਂ ਸਾਰਿਆਂ ਨੂੰ ਕੋਈ ਰਿਸ਼ਤੇਦਾਰ ਘਰੇ ਆ ਜੇ, ਪੁੱਤ ਸਾਰਾ ਘਰ ਤੇਰਾ ਹੈ, ਤੇ ਅੰਦਰੋਂ ਬਹਿ ਕੇ ਲੜੀ ਜਾਂਦੇ ਪਤੀ ਪਤਨੀ, ਕਹਿੰਦੇ ਜਾਓ ਕਿੱਦਣ, ਆਖੋ ਸਤਿਨਾਮ। ਡੇਰੇ ਲਾਈ ਬੈਠੇ ਜਾਣ ਦੀ ਤਿਆਰੀ ਨਹੀਂ ਕਰਦਾ ਕੋਈ। ਉੱਤੋਂ ਕੀ ਹੈ, ਕੀ ਖਾਓਗੇ, ਕੀ ਪਹਿਨੋਗੇ? ਹੁਣ ਦੇਖੋ ਜੈਰਾਮ ਹੱਥ ਜੋੜ ਸਤਿਗੁਰਾਂ ਨੂੰ ਪਤਾ ਕੀ ਕਹਿੰਦੇ? ਕਹਿੰਦੇ ਘਰ ਤੁਹਾਡਾ, ਮਾਲਕ ਹੋ ਤੁਸੀਂ। ਅੱਜ ਤੇ ਚਲੋ ਇਹ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ, ਸਕੇ ਪਿਓ ਨੂੰ ਵੀ ਇਹ ਸਮਝਾਇਆ ਹੋਇਆ ਹੈ। ਉਹ ਕਹਿੰਦਾ ਕੋਠੀ ਮੇਰੀ ਮੈਂ ਬਣਾਈ ਇੰਨੇ ਕਰੋੜ ਦਾ ਆ, ਤੇ ਜਦੋਂ ਮੁੰਡਾ ਸਾਹਮਣੇ ਆ ਜੇ ਫਿਰ ਸਾਹਮਣੇ ਨਿਕਲਦੇ, ਚੁੱਪ ਕਰਿਆ ਬੈਠਾ ਹੁੰਦਾ ਇੱਕ ਪਾਸੇ ਜੀ। ਵੀ ਜੇ ਮੈਂ ਕਹਿੰਦਾ ਮੇਰੀ ਕੋਠੀ ਹੈ, ਇਹਨਾਂ ਲਾਪਾ ਕਰ ਦੇ, ਤੂੰ ਕੀ ਲੱਗਦਾ? ਚੱਲ ਓਏ ਬਾਪੂ ਅੰਦਰ ਬੈਠ। ਇੰਨੀ ਇੱਜ਼ਤ ਆ ਨਾ। ਕੌਣ ਕਹਿੰਦਾ ਹੈ ਆਪਣੇ ਘਰ ਵਿੱਚ ਅਸੀਂ ਆਪਣੇ ਮਾਲਕ ਨਹੀਂ ਆ, ਆਪਣੀ ਕੋਠੀ ਤੇ, ਆਪਣੀ ਜ਼ਮੀਨ ਤੇ 40 ਸਾਲ ਤੋਂ ਬਾਅਦ ਤੇ ਰਿਜੈਕਟ ਲਿਸਟ ਸ਼ੁਰੂ ਹੋ ਜਾਂਦੀ ਹੈ। ਜ਼ਮੀਨ ਵੀ ਨਾਮ ਉਤਰ ਜਾਂਦੀ ਹੈ, ਪਲਾਟ ਵੀ ਉਤਰ ਜਾਂਦੇ, ਕੋਠੀਆਂ ਵੀ ਉਤਰ ਜਾਂਦੇ, ਪੈਸਿਆਂ ਵਿੱਚ ਵੀ ਨੌਕਰੀ ਬਣ ਜਾਂਦਾ ਹੈ ਕੋਈ। ਹੌਲੀ ਹੌਲੀ ਜ਼ਿੰਦਗੀ ਦਾ ਮਾਲਕ ਕੋਈ ਹੋਰ ਬਣ ਜਾਂਦਾ। ਸਿਰਫ 2 ਰੋਟੀਆਂ ਤੇ ਬੰਦਾ ਗੁਜ਼ਾਰਾ ਕਰਦਾ, ਫਿਰ ਵੀ ਕਹਿੰਦਾ ਲੈ ਮੈਂ ਇੰਨੇ ਕਰੋੜ ਦਾ ਮਾਲਕ। ਬਾਣੀ ਬਾਣ ਮਾਰ ਕੇ ਸਮਝਾਉਂਦੀ, ਉਹ ਅਜੇ ਵੀ ਸ਼ਰਮ ਕਰ ਲੈ, ਅਜੇ ਵੀ ਸਮਝ ਲੈ ਸਭ ਕੁਝ ਤੇਰੇ ਨਾਲ ਹੋ ਰਿਹਾ, ਸਭ ਕੁਝ ਹੁੰਦਾ ਹੈ। ਹਜੇ ਵੀ ਕਹਿੰਦਾ ਮੇਰੇ ਨਾਲ ਦੁਨੀਆ ਤੇ ਮੈਂ ਦੁਨੀਆ ਨਾਲ, ਮੇਰੇ ਬਿਨਾਂ ਕੁਝ ਨਹੀਂ ਹੋਣਾ। ਤੇ ਇੱਥੇ ਜੈਰਾਮ ਜੀ ਕੀ ਆਖਦੇ? ਕਹਿੰਦੇ ਸੋਹਣੀਆਂ ਪੁਸ਼ਾਕਾਂ ਜਿੰਨੀਆਂ ਮਰਜ਼ੀ ਸਵਾਓ, ਤੁਹਾਡਾ ਘਰ ਹੈ, ਖਜ਼ਾਨੇ ਪਏ ਹਨ,
ਮਾਲਕ। ਇਹ ਕਹਿ ਸਕਦੇ ਆ ਵੀ ਰਿਸ਼ਤੇਦਾਰ ਨੂੰ ATM ਕਾਰਡ ਦੇ ਕੇ ਵੀ ਜਿੰਨੇ ਮਰਜ਼ੀ ਖਰਚ ਚਾਹੀ, 2 ਦਿਨ ਕਹਿ ਦਾਂਗੇ, ਤੀਜੇ ਦਿਨ ਜਦੋਂ ਆ ਕੇ ਨਾ 10,000 ਦਾ ਮੈਸੇਜ ਵੀ ਲੰਟੇ ਬੋਲ ਗਿਆ ਸੀ, ਫਿਰ ਉਹਨੇ ਇਹ ਤਾਂ ਕਹਿਣਾ ਨਹੀਂ ਵੀ ਪੁੱਤ ਸ਼ਾਪਿੰਗ ਨਹੀਂ ਕਰੀ ਦੀ, ਫਿਰ ਇਹ ਕਹਿਣਾ ਉੱਧਰ ਨੂੰ ਨਾ ਜਾਇਓ ਕਿਉਂਕਿ ਆਪਣੀ ਗੱਡੀ ਦੇ ਕਾਗਜ਼ ਪੂਰੇ ਨਹੀਂ, ਜੇ ਨਹੀਂ ਜਾਊਗਾ ਤੇ ਬਚੂਗਾ ਕਿਤੇ ਨਾ ਕਿਤੇ। ਖਿਆਲਾਤ ਹੋਰ ਨੇ ਇਹ ਤੇ ਧੀਆਂ ਪੁੱਤਾਂ ਨਾਲ ਵੀ ਲੋਕ ਕਰੀ ਜਾਂਦੇ ਆ, ਤੇ ਫਿਰ ਦੇਖੋ ਰਿਸ਼ਤਾ ਬੜੀ ਦੂਰ ਹੈ। ਭੈਣ ਜੀ ਵਿਆਹੇ ਹੋਏ ਨੇ, ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਇਹੋ ਜਿਹੀਆਂ ਗੱਲਾਂ ਕਰਨ ਦਾ। ਕਿਉਂ ਕਰ ਰਹੇ ਨੇ? ਪਛਾਣ ਰਹੇ ਨੇ ਵੀ ਰੱਬ ਹੈ, ਪਰਮੇਸ਼ਰ ਹੈ। ਇਸ ਕਰਕੇ ਕਹਿੰਦੇ ਨੇ ਜਿਸ ਵਸਤੂ ਦੀ ਲੋੜ ਹੋਵੇ ਦੱਸਣ ਦੀ ਲੋੜ ਨਹੀਂ। ਉਹ ਆਪਣਾ ਥੋੜੀ ਜਿਹੀ ਤੋਂ ਮੰਗ ਕੇ ਕੁਝ ਲੈਣਾ, ਮੈਨੂੰ ਆਹ ਚਾਹੀਦਾ ਲੈ ਦੇ, ਉਹਨੂੰ ਨਹੀਂ ਪਤਾ ਇਹਨੂੰ ਕੀ ਚਾਹੀਦਾ। ਗੁਰੂ ਸਾਹਿਬ ਕਹਿੰਦੇ ਠੀਕ ਹੈ ਜੀ। ਵੇਖੋ ਘਰੇ ਸਤਿਗੁਰ ਬੋਲਦੇ ਨਹੀਂ, ਪਿਤਾ ਕਿੰਨਾ ਕੁਝ ਕਹਿੰਦਾ ਸੀ, ਪੁੱਤ ਆਹ ਲੈ ਲਾ, ਆਹ ਲੈ ਲਾ, ਤੈਨੂੰ ਆਹ ਲਿਆ ਦਿਆਂਗੇ, ਨਹੀਂ ਸੀ ਬੋਲਦੇ ਬੁਲਾਇਆ, ਦੇ ਤਾਂ ਠੀਕ ਹੈ, ਨਹੀਂ ਮੰਗਣਾ ਨਹੀਂ। ਜਦੋਂ ਸਤਿਗੁਰਾਂ ਦੇ ਜੀਜਾ ਜੀ ਨੇ ਕਿਹਾ ਵੀ ਸੋਹਣੀਆਂ ਪੁਸ਼ਾਕਾਂ ਬਣਾ ਕੇ ਦਿਆਂਗੇ, ਪਦਾਰਥ ਦਿਆਂਗੇ, ਕਹਿੰਦੇ ਠੀਕ ਹੈ ਜੀ। ਉਹਨਾਂ ਦਿਲ ਤੋਂ ਕਿਹਾ ਘਰ ਤੁਹਾਡਾ, ਤੇ ਗੁਰੂ ਸਾਹਿਬ ਨੇ ਦਿਲੋਂ ਘਰ ਆਪਣਾ ਮੰਨਿਆ। ਆਖੋ ਸਤਿਨਾਮ ਮੰਨਿਆ। ਇੱਥੇ ਤੇ ਮੁੰਡਾ ਵਿਆਹ ਕਰਾ ਕੇ ਆਉਂਦਾ, ਉਹ ਸੱਸ ਸਹੁਰੇ ਨੂੰ ਪਹਿਲਾਂ ਆਪਣਾ ਮੰਨਦੀ ਸੀ, ਹੁਣ ਉਹ ਘਰ ਨੂੰ ਆਪਣਾ ਨਹੀਂ ਮੰਨਦੀ। ਕਹਿੰਦੀ ਨਹੀਂ ਮੈਂ ਇੱਥੇ ਖੁਸ਼ ਨਹੀਂ ਹਾਂ, ਮੇਰੀ ਸੱਸ ਮਾੜੀ ਹੈ, ਮੇਰਾ ਸਹੁਰਾ ਠੀਕ ਨਹੀਂ, ਵੀ ਅਗਲਿਆਂ ਨੇ ਇੰਨਾ ਕੁਝ ਬਰਬਾਦ ਕਰ ਲਿਆ, ਇੰਨਾ ਪੈਸਾ ਲਾਤਾ, ਤੇ ਤੂੰ ਅਜੇ ਵੀ ਕਹਿੰਦੀ ਘਰ ਮੇਰਾ ਨਹੀਂ ਹੈ। ਮਤਲਬ ਗੱਲ ਸਮਝਣ ਦੀ ਹੈ, ਰਿਸ਼ਤੇ ਜੋੜ ਕੇ ਵੀ ਨਹੀਂ ਜੁੜੇ। ਤੇ ਉਹ ਕਿੱਡਾ ਵੱਡਾ ਮਹਾਨ ਰਿਸ਼ਤਾ ਹੋਣਾ ਜਿੱਥੇ ਅੰਦਰੋਂ ਕਿਹਾ ਜਾ ਰਿਹਾ, ਬਾਹਰੋਂ ਨਹੀਂ। ਬਾਹਰੋਂ ਤੇ ਆਪਾਂ ਹਰੇਕ ਨੂੰ ਕਹਿ ਦਿੰਦੇ ਵੀ ਤੇਰਾ ਹੀ ਘਰ ਆ ਯਾਰ, ਜਦੋਂ ਮਰਜ਼ੀ ਆ ਜੀ, ਉਹ ਤੇ ਸਾਰਿਆਂ ਨੂੰ ਕਹਿੰਦੇ ਆ, ਅੰਦਰੋਂ ਕਿੰਨਾ ਹੈ। ਜੈ ਰਾਮ ਜੀ ਨੇ ਆਪਣੀ ਪਤਨੀ ਦੇ ਸਾਹਮਣੇ ਆਖਿਆ ਸਤਿਗੁਰੂ ਘਰ ਤੁਹਾਡਾ ਹੈ, ਮਹਿਲ ਤੁਹਾਡਾ ਹੈ, ਆਓ ਤੁਹਾਡੇ ਵਾਸਤੇ ਸੋਹਣੇ ਮਹਿਲ ਬਣਾਏ। ਗੁਰੂ ਸਾਹਿਬ ਵਾਸਤੇ ਨਾ 2 ਕਮਰੇ ਸਪੈਸ਼ਲ ਬਣਾਏ ਸੀ, ਕਹਿੰਦੇ ਘਰ ਤੇ ਸਾਰੇ ਹੀ ਤੁਹਾਡਾ ਹੈ, ਪਰ ਖਾਸ ਕੀ ਹੈ ਮਹਿਮਾਨਬਾਜ਼ੀ ਵਾਸਤੇ ਨਵੇਂ ਮਕਾਨ, ਤੁਹਾਡੀ ਮੌਜ ਹੈ ਇੱਥੇ ਰਹਿਣ ਦੀ। ਵਸਤਰਾਂ ਬਾਰੇ ਕਿਹਾ, ਸਭ ਕੁਝ ਕਿਹਾ, ਫਿਰ ਉਹਨਾਂ ਨੇ ਉੱਥੇ ਦਰਜੀ ਬੁਲਾ ਲਿਆ। ਇਹ ਦੂਜੇ ਤੀਜੇ ਦਿਨ ਦੀ ਗੱਲ ਹੈ। ਕਹਿੰਦੇ ਜੀ ਮੇਰੇ ਚੱਲ ਸੋਹਣੇ ਸੋਹਣੇ ਵਸਤਰ ਬਣਾ ਦਿਓ, ਮਹਿੰਗੇ ਬਣਾਇਓ, ਕੀਮਤੀ ਬਣਾਇਓ। ਜਿੱਥੇ ਪ੍ਰੇਮ ਆ ਨਾ, ਭਾਵਨਾ ਹੈ, ਉੱਥੇ ਮਹਿੰਗੇ ਸਸਤੇ ਦਾ ਰੌਲਾ ਕੋਈ ਨਹੀਂ, ਉੱਥੇ ਇੱਕ ਫੁੱਲ ਤੇ ਵੀ ਖੁਸ਼ ਹੈ। ਤੇ ਜਿੱਥੇ ਪ੍ਰੇਮ ਨਹੀਂ ਨਾ, ਕਰੋੜਾਂ ਰੁਪਇਆ ਵੀ ਲਾ ਦਿਓ, ਉੱਥੇ ਵੀ ਨਖਰੇ ਪੂਰੇ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਕ ਸਮਝਦੇ ਆ, ਜਿਹੜਾ ਹੱਕ ਕਦੇ ਆਪਣੇ ਪਿਤਾ ਦੇ ਘਰ ਨਹੀਂ ਨਾ ਸਮਝਿਆ। ਸੁਣ ਰਹੇ ਹੋ ਨਾ ਪਿੱਛੇ ਸਾਰਾ ਕੁਝ ਕੀ ਕੁਝ ਹੁੰਦਾ ਯਾਰ, ਉਹ ਇੱਥੇ ਗਿਆ ਠੀਕ ਹੈ। ਤੇ ਜੈ ਰਾਮ ਜੀ ਕਹਿੰਦੇ ਮਹਾਰਾਜ ਕਿਸੇ ਤਰ੍ਹਾਂ ਦੀ ਸੇਵਾ ਹੋਵੇ, ਕੁਝ ਵੀ ਚਾਹੀਦਾ ਹੋਵੇ, ਜਿੰਨਾ ਮਰਜ਼ੀ ਦਾਨ ਕਰੋ, ਅਸੀਂ ਰੋਕਣ ਵਾਲੇ ਕੋਈ ਨਹੀਂ। ਜਦੋਂ ਕਹਿ ਦਿੱਤਾ ਘਰ ਤੁਹਾਡਾ, ਫਿਰ ਪੁੱਛ ਕੇ ਥੋੜਾ ਦੇਣਾ ਕਿਸੇ। ਤੁਸੀਂ ਇਹ ਸਮਝ ਕੇ ਵੇਖੋ ਵੀ ਜੇ ਆਪਾਂ ਆਪਣੇ ਤਲ ਤੇ ਵੇਖੀਏ, ਆਪਾਂ ਤੇ ਆਪਣੇ ਬੱਚਿਆਂ ਨੂੰ ਮਨਾ ਕਰ ਦਿੰਦੇ, ਪੁੱਤ ਬਸ ਫਾਲਤੂ ਖਰਚੇ ਨਾ ਕਰਿਆ ਕਰ, ਕਿਤੇ ਨਾ ਕਿਤੇ ਰੁਕਦੇ ਆ। ਤੇ ਜੈ ਰਾਮ ਜੀ ਦੀ ਕਿੱਡੀ ਵੱਡੀ ਭਾਵਨਾ ਹੋਣੀ। ਤੇ ਰਿਸ਼ਤਾ ਕੀ ਹੈ? ਪਰ ਉਹਨਾਂ ਨੇ ਉਹ ਰਿਸ਼ਤੇ ਨੂੰ ਮਾਇਨਾ ਨਹੀਂ ਦਿੱਤਾ। ਇੱਥੇ ਰਿਸ਼ਤਾ ਉਹਨਾਂ ਨੇ ਆਪਣੀ ਪਤਨੀ ਨੂੰ ਸਮਝ ਕੇ, ਰਾਏ ਬਲਾਰ ਨੂੰ ਸਮਝ ਕੇ ਰੱਬ ਬੜਾ ਬਣਾਇਆ ਹੋਇਆ ਹੈ। ਕਹਿੰਦੀ ਤੁਸੀਂ ਨਾਰਾਇਣ ਪਰਮੇਸ਼ਰ, ਘਰ ਵੀ ਤੁਹਾਡਾ ਹੈ। रहो बैठ आपन निकेतन तुम्हारो, करो संत संगम सुनामन उचारो। ਹੁਣ ਭਾਈ ਬਾਲਾ ਦੀ ਨਾਲ ਸੀ, ਕਹਿੰਦੇ ਸਾਰਾ ਘਰ ਵਿਖਾਤਾ, ਹਰ ਚੀਜ਼ ਵਿਖਾਤੀ, ਕਹਿੰਦੇ ਸਾਰਾ ਕੁਝ ਹੀ ਤੁਹਾਡਾ, ਅਸੀਂ ਸੇਵਾਦਾਰ ਹਾਂ ਤੁਹਾਡੇ। ਅਗਲਾ ਵਚਨ ਪਤਾ ਕੀ ਕਿ ਜੋ ਜੋ ਚੀਜ਼ਾਂ ਬਾਪੂ ਨੇ ਰੋਕੀਆਂ ਸੀ ਉਹ ਸਾਰੀਆਂ ਦੀ ਖੁੱਲ੍ਹ ਦਿੱਤੀ ਹੈ। ਕਹਿੰਦੇ ਸਤਸੰਗ ਕਰੋ, ਜਿੰਨਾ ਜੀ ਕਰੇ, ਜਿੰਨੇ ਮਰਜ਼ੀ ਸਾਧੂਆਂ ਨੂੰ ਘਰੇ ਲੈ ਕੇ ਆਓ, ਇੱਥੋਂ ਜੋ ਮਰਜ਼ੀ ਸਾਧੂਆਂ ਨੂੰ ਵੰਡ ਕੇ ਆਓ, ਹੈ ਹੀ ਤੁਹਾਡਾ। ਅੱਜ ਕੱਲ ਕੋਠੀ ਤੇ ਸਾਡੀ ਹੈ, ਪਰ ਅਸੀਂ ਬੱਚਿਆਂ ਦੀ ਮਰਜ਼ੀ ਤੋਂ ਬਿਨਾਂ ਇੱਟ ਨਹੀਂ ਦੇ ਸਕਦੇ। ਆਖੋ ਸਤਿਨਾਮ ਮਾਲਕ ਤੇ ਨਹੀਂ ਹੈ। ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਸ਼ੀਸ਼ਾ ਨਹੀਂ ਲਾ ਸਕਦੇ, ਫਿਰ ਸਾਡਾ ਕੀ ਆਉਗੇ? ਕੁਛ ਵੀ ਨਹੀਂ ਹੈ। ਤੇ ਜਿੱਦਣ ਮਰ ਗਏ ਨਾ, ਉਹ ਫੱਟੇ ਤੇ ਪਾ ਕੇ ਛੱਡ ਕੇ ਆਉਂਦੇ, ਬੈੱਡ ਵੀ ਨਹੀਂ ਕੱਢਦੇ। ਕਹਿੰਦੇ ਕੋਈ ਨਹੀਂ, ਆ ਕਮਰਾ ਹੁਣ ਬੁੜੇ ਵਾਲਾ ਕਿਰਾਏ ਤੇ ਜਿਹੜਾ ਦਾਂਗੇ, ਉੱਥੇ ਤਰੀਕਾ ਹੀ ਬੜਾ ਵਧੀਆ ਵੀ ਆਪੇ ਜਿਹਨੂੰ ਮਰਜ਼ੀ ਤੰਗ ਕਰੇ ਨਾ ਕਰੇ, ਸਾਨੂੰ ਕੀ ਨਿਪੜਿਆ ਕੰਮ ਗਿਆ। ਸਾਡੇ ਕੋਲ ਕਿੱਥੇ ਟਾਈਮ ਹੈ? ਪਰ ਉਸ ਵੇਲੇ ਕਿੰਨਾ ਪ੍ਰੇਮ ਹੈ, ਕਿੰਨੀ ਸ਼ਰਧਾ ਹੈ, ਕਿੰਨੀ ਭਾਵਨਾ ਹੈ। ਜੈ ਰਾਮ ਜੀ ਆਖਣ ਲੱਗੇ ਹੱਥ ਜੋੜ ਕੇ, ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਕਹਿਣ ਲੱਗ ਗਏ, ਕਹਿੰਦੇ ਇਹ ਨਾ ਸਮਝੋ ਤੁਸੀਂ ਵੀ ਇਹ ਗੁਰੂ ਨਾਨਕ ਸਾਹਿਬ ਵਾਸਤੇ ਸਾਰਾ ਕੁਝ ਹੈ, ਤੁਹਾਡੇ ਲਈ ਵੀ ਸਭ ਕੁਝ ਹੈ। ਭਰਾ ਨੇ ਬੇਸ਼ੱਕ ਉਹ ਪਿੰਡ ਚ ਨੇ, ਦੂਰ ਬਾਹਰ ਤੋਂ ਨੇ। ਰਿਸ਼ਤਾ ਕਿਹੜਾ ਹੁੰਦਾ ਜੀ? ਰਿਸ਼ਤੇ ਮਨਾਂ ਦੇ ਬਣਾਏ ਹੁੰਦੇ ਨੇ, ਫਿਜ਼ੀਕਲ ਰਿਸ਼ਤਾ ਕੋਈ ਵੀ ਵੱਡਾ ਨਹੀਂ। ਜੇ ਹੁਣ ਅਸੀਂ ਇਹਨਾਂ ਰਿਸ਼ਤਿਆਂ ਨੂੰ ਮਾਇਨੇ ਬਣਾਈਏ,
ਵੀ ਤੂੰ ਮੇਰਾ ਭਰਾ ਤੇ ਤਾਂ ही भरा नहीं भाई, फिर गुरु गोबिंद सिंह महाराज नाल किहड़ा रिश्ता जोड़ांगे? वो पिता साडा प्रेम का रिश्ता है। ऐसा रिश्ता अपने सिखां लई, परिवार लई, सिखां दे परिवारां लई वो कलगीधर ने इन्हां प्यारिਆਂ ਲਈ खून दे रिश्ते भी वारते अपने, पर इन्हां ते आंच नहीं होण दित्ता। की कहंदे? सुखी बसै मोरो परवारा, सेवक सिख सबै करतारा। कहते मेरा एक पंथ परिवार सुखी बसे, भावे मेरा अपना परिवार उजड़ जे, उजड़ भी गया, पर खालसा पंथ अज भी वसदा है। हुण खालसे दा गुरु साहब नाल किहड़ा ब्लड रिलेशन है, किहड़ा खून दा रिश्ता है? खून दे रिश्ते ते खून करदे ने। नित खबरां सुन लो, भरा नूं भरा ने वढ़ता, प्यो नूं पुੱਤ ने वढ़ता, पुੱਤ ने प्यो मारता। पर जद रिश्ता गुरु ते सिख दा आ गया, रिश्ता मित्रां ते दोस्तां दा आ गया, वो अपने परिवार तो भी किते खास होंदे ने। भाई बाला जी कहते मैनू भी वो रुतबा मान प्यार सत्कार दिता, कहते मैनू महसूस होया भी अगे ते कहते सी भैन दा घर है, फिर भी किते ना किते दूर दी गल भी भैन दा घर वो भी किसी होर घर च है। कहते अज महसूस होया मेरा अपना घर। आखो सतनाम। ये गल्लां बड़ियां गहरियां ने। अपना कौन है ते अपना की है, ये दो ही गल्लां समझण वालियां ने। भाई बाला जी कहते मैं नमस्कार की थोड़ा जिहा संगिया भी उन्हां नूं, ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡਾ ਘਰ ਹੈ, ਸਤਸੰਗ ਕਰੋ, ਸਾਧੂਆਂ ਨੂੰ ਮਿਲੋ, ਫਕੀਰਾਂ ਨੂੰ ਮਿਲੋ, ਤੇ ਬਾਪੂ ਕਹਿੰਦਾ ਸੀ ਖਬਰਦਾਰ ਪੁੱਤ, ਜੇ ਕਿਸੇ ਸਾਧ ਕੋਲ ਅੱਜ ਤੋਂ ਬਾਅਦ ਗਿਆ ਤੇ ਜਦ ਤੂੰ ਨਹੀਂ ਫਿਰ ਜਾਵੇਂਗੀ। ਹੁਣ ਦੱਸੋ ਵਿਚਾਰਾਂ ਦਾ ਪ੍ਰਧਾਨ ਉੱਥੇ ਵਿਚਾਰ ਕਿਹੋ ਜਿਹੇ ਸੀ? ਗੁਲਾਮੀ ਵਾਲੇ। ਕਿਸੇ ਨੂੰ ਫਰੀ ਆਫ ਮਾਈਂਡ ਕਰ ਦਿਓ, ਚਿੰਤਾ ਮੁਕਤ ਕਰ ਦਿਓ, ਤੁਹਾਡਾ ਹੋਏਗਾ ਤੁਹਾਡੇ ਕੋਲ ਆ ਜਾਏਗਾ, ਹੋਏਗਾ ਗੈਰਾਂ ਦਾ ਚਲਿਆ ਜਾਏਗਾ। ਪਿਤਾ ਰੋਕਣਾ ਚਾਹੁੰਦੇ ਸੀ, ਗੁਰੂ ਸਾਹਿਬ ਨਹੀਂ ਰੁਕੇ, ਇੱਥੇ ਆਏ ਨੇ। ਇੱਥੇ ਜੇ ਜਾਣ ਨੂੰ ਵੀ ਕਹਿਣਗੇ ਨਾ ਮਹਾਰਾਜ ਚਲੇ ਜਾਓ, ਨਹੀਂ ਜਾਣਗੇ। ਆਪਣਾ ਮੰਨਿਆ ਹੋਇਆ, ਆਪਣਾ ਸਮਝਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਇੰਨੇ ਖੁਸ਼, ਕਹਿੰਦੇ ਚਿਹਰੇ ਤੋਂ ਇਦਾਂ ਲੱਗਦਾ ਸੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ। ਕਦੇ ਇਦਾਂ ਖਿੜਿਆ ਚਿਹਰਾ ਪਿੰਡ ਵੇਖਿਆ? ਹਰ ਵੇਲੇ ਪਿਤਾ ਦੇ ਡਰ ਦਾ ਸਾਇਆ, ਹਰ ਵੇਲੇ ਵੱਧ ਘੱਟ ਤੂੰ ਕੰਮ ਨਹੀਂ ਕਰਦਾ, ਤੂੰ ਵੇਲਣਾ, ਲੋਕਾਂ ਦੇ ਬੱਚੇ ਵੇਖ, ਤੂੰ ਕੁਝ ਨਹੀਂ ਕਰ ਸਕਦਾ। ਇੱਥੇ ਕਿੰਨਾ ਪਿਆਰ ਮਿਲਿਆ। ਕਹਿੰਦੇ ਇੰਨਾ ਦਿਲ ਗੁਰੂ ਸਾਹਿਬ ਦਾ ਲੱਗਿਆ ਤੇ ਮਰਦ ਦੇ ਮਨ ਵਿੱਚ ਆਇਆ ਵੀ ਜੇ ਇਹ ਇੰਨਾ ਪਿਆਰ ਕਰਦੇ ਨੇ, ਸਾਨੂੰ ਵੀ ਕੋਈ ਕੰਮ ਕਰਨਾ ਚਾਹੀਦਾ। ਜਿਹੜਾ ਬਾਪੂ ਇੰਨੇ ਸਾਲਾਂ ਤੇ ਧਮਕੀਆਂ ਦੇ ਕੇ, ਕੁੱਟ ਮਾਰ ਕੇ ਪੁੱਤ ਤੋਂ ਵਪਾਰ ਨਹੀਂ ਕਰਾ ਸਕਿਆ, ਤੇ ਇੱਥੇ ਬਿਨਾਂ ਕਹੇ ਰਹਿਣਗੇ। ਕਿਉਂ? ਪ੍ਰੇਮ ਇੱਕ ਇਹੋ ਜਿਹੀ ਪਰਿਭਾਸ਼ਾ ਹੈ, ਵੱਡਿਆਂ ਵੱਡਿਆਂ ਪੱਥਰਾਂ ਨੂੰ ਚੀਰ ਦਿੰਦਾ ਹੈ। ਰੱਬ ਵੀ ਤੇ ਪ੍ਰੇਮ ਨਾਲ ਹੀ ਲੱਗਦਾ। ਪ੍ਰੇਮ ਤੋਂ ਬਿਨਾਂ ਜਿੰਨੇ ਮਰਜ਼ੀ ਕਰਮ ਕਾਂਡ ਕਰੂ ਕਦੇ ਪ੍ਰਾਪਤ ਨਹੀਂ ਹੁੰਦਾ। ਹੁਣ ਭਾਈ ਬਾਲਾ ਜੀ ਨਾਲ ਬੈਠੇ ਨੇ, ਕਹਿੰਦੇ ਖੂਬ ਗੱਲਾਂ ਹੋਈਆਂ, ਹੱਸੇ ਖੇਡੇ, ਪਰ ਕਹਿੰਦੇ ਸਾਡੇ ਰਿਸ਼ਤਿਆਂ ਵਿੱਚ ਦੁਨਿਆਵੀ ਮਖੌਲ ਤੇ ਮਜ਼ਾਕ ਨਹੀਂ ਸਨ। ਬੇਸ਼ੱਕ ਸਤਿਗੁਰਾਂ ਦੇ ਚੀਜ਼ਾਂ ਦੀ ਲੱਗਦੇ ਨੇ, ਭਾਈਆਂ ਦੀ ਲੱਗਦੇ ਨੇ, ਇੱਥੇ ਜੀ ਵਾਲਾ ਰਿਸ਼ਤਾ ਹੈ, ਸਤਿਕਾਰ ਵਾਲਾ ਰਿਸ਼ਤਾ ਹੈ। ਕਿਉਂਕਿ ਜਿੰਨੀ ਤੁਹਾਡੀ ਆਪਣੀ ਸੈਲਫ ਰਿਸਪੈਕਟ ਹੋਏਗੀ ਨਾ, ਤੇ ਸਾਹਮਣੇ ਵਾਲਾ ਤੁਹਾਡੀ ਉਨੀ ਕਦਰ ਕਰੇਗਾ ਜਿੰਨੀ ਤੁਸੀਂ ਕਰਾਉਣੀ ਚਾਹੁੰਦੇ ਹੋ। ਤੇ ਗੁਰੂ ਸਾਹਿਬ ਦੀ ਕਿੰਨੀ ਇੱਜ਼ਤ ਕਰਦੇ ਆ, ਕਿਉਂਕਿ ਸਤਿਗੁਰ ਉਹਨਾਂ ਦੀ ਕਰਦੇ ਆ। ਮਹਾਰਾਜ ਉਹਨਾਂ ਦੇ ਹੱਥ ਜੋੜੀ ਬੈਠੇ, ਕਹਿੰਦੇ ਪੌਣਾ ਕੁ ਘੰਟਾ ਗੱਲਬਾਤ ਹੋਈ, ਪਰਮਾਨੰਦ ਜੀ ਕੋਲ ਆ ਕੇ ਬੈਠੇ ਨੇ, ਸੁੱਖ ਸਾਂਝ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੋਹਰਾ ਅਸ ਬਿਦ ਮਿਲ ਕਰ ਪਰਸਪਰ, ਦੋਇ ਦਿਸ਼ ਉਰ ਹਰ ਖਾਏ, ਸ਼੍ਰੀ ਨਾਨਕ ਸੁਪਰਕਾਸ਼ ਕੋ ਪੂਰਨ ਖੋੜਸ ਧਿਆਏ। ਹੁਣ ਉੱਠ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਨੂੰ ਲੈ ਕੇ, ਜਿਹੜਾ ਇਹਨਾਂ ਕੋਲ ਘਰ ਦਾ ਹਿੱਸਾ ਸੀ, ਉੱਥੇ ਆ ਗਏ, ਬੈਠੇ ਆਪਸ। ਕਹਿੰਦੇ ਬਾਲਿਆ ਕਿੱਦਾਂ ਲੱਗਾ? ਕਹਿੰਦੇ ਮਹਾਰਾਜ ਪਿੰਡ ਨਾਲੋਂ ਬਹੁਤ ਵਧੀਆ। ਪਿੰਡਾਂ ਜੀ ਦਾ ਜੀ ਲੱਗਦਾ ਹੈ, ਘਰ ਕੀ ਦਾ ਜੀ ਲੱਗਦਾ। ਜਿੰਨਾ ਮਰਜ਼ੀ ਕੋਈ ਕਹੀ ਜਾਏ ਘਰ ਘਰ ਹੁੰਦਾ, ਘਰੇ ਤੇ ਬੰਦਾ ਇੱਕ ਟਾਈਮ ਟਿਕਾਉਣ ਹੀ ਆਉਂਦਾ ਹੈ। ਬਸ ਚੱਲੇ ਤੇ ਬੜੇ ਨਾ। ਗੁਰੂ ਸਾਹਿਬ ਆਖਣ ਲੱਗੇ ਬਾਲਿਆ ਸਾਡਾ ਬੜਾ ਮਨ ਲੱਗਿਆ ਇੱਥੇ, ਬੜਾ ਚਿੱਤ ਲੱਗਿਆ ਇੱਥੇ। ਕਿਉਂ ਲੱਗਿਆ? ਕਿਉਂਕਿ ਸਮਝਣ ਵਾਲੇ ਮਿਲ ਗਏ। ਆਖੋ ਸਤਿਨਾਮ। ਜੋ ਪਿਆਰ ਕਰਦੇ ਨੇ, ਪ੍ਰੇਮ ਕਰਦੇ ਨੇ, ਭਾਵਨਾ ਰੱਖਦੇ ਨੇ ਉੱਥੇ, ਤੇ ਜਿੰਦ ਜਾਨਵਰਾਂ ਨੂੰ ਦਿਲ ਕਰਦੇ। ਸਤਿਗੁਰ ਕਹਿੰਦੇ ਬਾਲਿਆ ਮੈਂ ਤਾਂ ਨਹੀਂ ਜਾਣਾ ਇੱਥੋਂ, ਵੀਰ ਬਣ ਕੇ ਤੂੰ ਵੀ ਨਾ ਜਾਈਂ। ਭਾਈ ਬਾਲਾ ਜੀ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਸਤਿਗੁਰਾਂ ਦੀ ਰਸਨਾ ਤੋਂ ਸੁਣ ਕੇ ਵੀ ਚੱਲ ਮੇਰੇ ਸੱਜਣ ਪਿਆਰੇ ਦਾ ਕਿਤੇ ਤੇ ਚਿੱਤ ਲੱਗਿਆ। ਦਿਲ ਕਿੱਥੇ ਲੱਗਦਾ? ਜਿੱਥੇ ਤੁਹਾਨੂੰ ਸਮਝਣ ਵਾਲੇ ਹੋਣਗੇ।
ਤੁਹਾਨੂੰ ਪਿਆਰ ਕਰਨ ਵਾਲੇ ਹੋਣਗੇ, ਆਪਣਾ ਸਮਾਂ ਖਰਾਬ ਕਰਕੇ ਤੁਹਾਡੇ ਲਈ ਸਮਾਂ ਕੱਢਣ ਵਾਲੇ ਹੋਣਗੇ। ਕਦੇ ਉੱਥੇ ਚਿੱਤ ਲੱਗੂ ਤੁਸੀਂ ਕਿਸੇ ਤੋਂ ਟਾਈਮ ਮੰਗੋ ਤੇ ਟਾਈਮ ਨਾ ਦੇ, ਕਿਸੇ ਨਾਲ ਹੱਸਣਾ ਚਾਹੋ ਤੇ ਤੁਹਾਡੇ ਨਾਲ ਹੱਸੇਗਾ, ਕਿਤੇ ਪਿਆਰ ਨਾਲ ਬੁਲਾਓ ਤੇ ਕੋਈ ਬੋਲੇਗਾ। ਕੋਈ ਉੱਥੇ ਤੇ ਪਸ਼ੂ ਪਰਿੰਦੇ ਵੀ ਨਹੀਂ ਰਹਿੰਦੇ। ਆਖੋ ਸਤਿਨਾਮ। ਘਰਾਂ ਵਿੱਚ ਜਿਨ੍ਹਾਂ ਨੇ ਪੰਛੀ ਰੱਖੇ ਨੇ ਜਾ ਕੇ ਵੇਖੋ, ਜੇ ਪਿਆਰ ਕਰਦੇ ਰਹੇ ਤਾਂ ਨਹੀਂ ਉੱਡ ਜਾਂਦੇ। ਕਿਤੇ ਪਿੰਡ ਦਾ ਕੁੱਤਾ ਵੀ ਆਪਣੇ ਘਰੇ ਆਉਣ ਲੱਗ ਜੇ ਨਾ, ਪਿਆਰ ਕਰੋਗੇ ਤੇ 4 ਘਰ ਛੱਡ ਕੇ ਆਊਗਾ। ਜਿੱਦਣ ਪਿਆਰ ਬੰਦ ਹੋ ਗਿਆ ਆਪਣਾ ਵੀ ਛੱਡ ਕੇ ਚਲਾ ਜਾਏਗਾ। ਇਹ ਤੇ ਬੰਦੇ ਵੀ ਏਦਾਂ ਹੀ ਨੇ, ਜਾਨਵਰ ਵੀ ਏਦਾਂ ਦੇ। ਪ੍ਰੇਮ ਇੱਕ ਐਸੀ ਪਰਿਭਾਸ਼ਾ ਜਿਹਦੀ ਆਪਣੀ ਕੋਈ ਬੋਲੀ ਨਹੀਂ, ਆਪਣੀ ਕੋਈ ਲੈਂਗੁਏਜ ਨਹੀਂ, ਸਿਰਫ ਨਜ਼ਰੀਆ ਹੈ ਪ੍ਰੇਮ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਬਾਲਿਆ ਮੈਂ ਤੇ ਇੱਥੇ ਰਹਿਣਾ ਹੈ। ਕਹਿੰਦੇ ਮੈਂ ਕਿਹਾ ਮਹਾਰਾਜ ਮੈਂ ਵੀ ਤੁਹਾਡੇ ਨਾਲ ਖੁਸ਼ ਰਵਾਂਗੇ। ਗੁਰੂ ਸਾਹਿਬ ਕਹਿੰਦੇ ਜੋ ਆਪਾਂ ਕਰਨ ਆਏ ਆ ਉਹ ਇੱਥੇ ਤੋਂ ਸ਼ੁਰੂ ਕਰਾਂਗੇ। ਦੋਹਰਾ ਰਾਮਦਾਸ ਸ੍ਰੀ ਸਤਿਗੁਰੂ ਦਾਸਨ ਕੇ ਸੁਖ ਰਾਸ ਯਮ ਪਾਸਨ ਕੇ ਤਰਾਸ ਕੋ ਕਰਤ ਛਿਨਕ ਮਹਿਨਾਸ। ਮਹਾਕਵੀ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਸਮਾਪਤੀ ਕਰਦੇ ਆ, ਕਹਿੰਦੇ 16 ਅਧਿਆਏ ਹੁਣ ਤੱਕ ਤੁਸੀਂ ਸਰਵਣ ਕਰ ਲਏ। ਪ੍ਰਸੰਗ 16, 17ਵੇਂ ਅਧਿਆਏ ਦੀ ਆਰੰਭਤਾ ਕਰਦੇ ਆ ਤੇ ਮੰਗਲਾਚਰਨ ਕਰਦੇ ਗੁਰੂ ਰਾਮਦਾਸ ਪਾਤਸ਼ਾਹ ਦਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਜਿਨੇ ਸੁਣਾਇਆ। ਪਿਛਲੇ ਅਧਿਆਏ ਵਿੱਚ ਉਹਨਾਂ ਨੇ ਮੰਗਲਾਚਰਨ ਕੀਤਾ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ। ਐ ਗੁਰੂ ਰਾਮਦਾਸ ਮਹਾਰਾਜ ਵੈਰਾਗ ਦੀ ਮੂਰਤ, ਜਿਨ੍ਹਾਂ ਜਿਨ੍ਹਾਂ ਤੇਰੇ ਚਰਨਾਂ ਨੂੰ ਮਨਾਇਆ, ਜਿਨ੍ਹਾਂ ਜਿਨ੍ਹਾਂ ਤੇਰੇ ਦਰ ਤੇ ਸੀਸ ਝੁਕਾਇਆ, ਜਮਾਂ ਦੇ ਕਦੇ ਵਸ ਨਹੀਂ ਪੈਂਦੇ। ਸ਼੍ਰੀ ਬਾਲਾ ਸੰਧੁਰ ਬਾਚ ਸੋਈਆ ਯਾ ਬਿਦ ਸੋ ਮਿਲ ਕੇ ਹਰਖੈ ਉਰ ਸਾਧ ਸੇਵ ਭਲੇ ਕਰਹਿ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਈ ਦਿਨਾਂ ਤੋਂ ਇਸ ਘਰ 'ਚ ਰਹਿ ਰਹੇ ਆ, ਲੰਮਾ ਸਮਾਂ ਬਤੀਤ 15-20 ਦਿਨ ਹੋ ਗਏ, ਕਹਿੰਦੇ ਨਿਤ ਸਤਿਗੁਰਾਂ ਦੀ ਸੇਵਾ ਹੁੰਦੀ ਹੈ। ਨਿਤ ਸੇਵਾ, ਕਿਉਂਕਿ ਭੈਣ ਵੀ ਰੱਬ ਮੰਨਦੀ, ਭਰਾ ਨਹੀਂ ਸਮਝਦੀ। ਸਤਿਗੁਰਾਂ ਦੇ ਭਾਈ ਆ ਉਹ ਵੀ ਰੱਬ ਰੂਪ ਜਾਣਦੇ ਆ। ਕਹਿੰਦੇ ਜਦ ਵੀ ਉਹਨਾਂ ਕੰਮ ਤੇ ਜਾਣਾ ਨਾ, ਹੁਣ ਸਮੇਂ ਦਾ ਉੱਥੋਂ ਦਾ ਨਵਾਬ ਆ ਜਿਹੜਾ ਰਾਜਾ, ਉਹਦੇ ਨਾਲ ਬੜੀ ਉੱਠਣੀ ਬੈਠਣੀ ਹੈ, ਦੌੜ ਖਾਂਦਾ। ਕਹਿੰਦੇ ਜਦ ਵੀ ਉੱਥੇ ਬੈਠਣਾ ਉਹਨੇ ਵੀ ਪੁੱਛਣਾ ਨਾਨਕ ਜੀ ਦਾ ਕੀ ਹਾਲ ਹੈ। ਕਹਿੰਦੇ ਬੜੇ ਖੁਸ਼ ਨੇ। ਤੇ ਗੁਰੂ ਸਾਹਿਬ ਕੱਪੜੇ ਪਦਾਰਥਾਂ ਨਾਲ ਖੁਸ਼ ਨਹੀਂ। ਖੁਸ਼ੀ ਕਾਹਤੋਂ ਮਿਲਦੀ ਹੈ? ਜ਼ਿੰਦਗੀ 'ਚ ਅਜ਼ਮਾ ਕੇ ਵੇਖ ਲਿਓ, ਖੁਸ਼ੀਆਂ ਨਾ ਕੱਪੜਿਆਂ ਨਾਲ ਮਿਲਦੀਆਂ, ਨਾ ਪੈਸੇ ਨਾਲ ਮਿਲਦੀਆਂ, ਨਾ ਪਦਾਰਥਾਂ ਨਾਲ ਮਿਲਦੀਆਂ, ਤੇ ਨਾ ਸੋਹਣੇ ਚਿਹਰਿਆਂ ਨਾਲ ਮਿਲਦੀਆਂ। ਖੁਸ਼ੀਆਂ ਮਿਲਦੀਆਂ ਇੱਕ ਦੂਜੇ ਨੂੰ ਸਮਝਣ ਨਾਲ, ਖੁਸ਼ੀਆਂ ਮਿਲਦੀਆਂ ਇੱਕ ਦੂਜੇ ਲਈ ਸਮਾਂ ਬਤੀਤ ਕਰਨ ਲਈ। ਪਿਤਾ ਨੇ ਕਦੇ ਪੁੱਤ ਨਾਲ ਟਾਈਮ ਸਪੈਂਡ ਨਹੀਂ ਸੀ ਕੀਤਾ। ਜੇ ਕਿਤੇ ਬਹਿੰਦੇ ਵੀ ਸੀ ਇੱਕੋ ਗੱਲ, ਕੋਈ ਕੰਮ ਕੋ ਕਰ ਲੈ, ਕੋਈ 4 ਪੈਸੇ ਕਮਾ, ਮੈਂ ਪਟਵਾਰੀ ਲੱਗਿਆ ਤੂੰ ਵੀ ਲੱਗ ਕੇ ਦੇ, ਲੋਕੀ ਕਹਿਣਗੇ ਹਰ ਵੇਲੇ ਡੀਗ੍ਰੇਡ ਕੀਤਾ, ਹਰ ਵੇਲੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈਆ ਜੀ ਉਹ ਜਦ ਵੀ ਆਉਂਦੇ ਨੇ ਮਹਿਮਾ ਬੜੇ ਪਿਆਰ ਦੀ ਕਰਦੇ ਆ। ਤੇ ਗੁਰੂ ਸਾਹਿਬ ਭੋਜਨ ਘੱਟ ਕਰਤਾ ਸਤਿਗੁਰਾਂ ਨੇ, ਬੜਾ ਸਿੰਪਲ ਜਿਹਾ ਸਾਦਗੀ ਦਾ ਭੋਜਨ ਛਕਦੇ, ਪਰ ਖੁਸ਼ ਨੇ। ਕਹਿੰਦੇ ਸਿਹਤ ਦਗ-ਦਗ ਕਰਨ ਲੱਗ ਪਈ, ਚਿਹਰਾ ਨਾਲ ਖਾਣੇ ਖਾਣ ਨਾਲ ਥੋੜਾ ਸਿਹਤਾਂ ਬਣਦੀਆਂ ਨੇ, ਖੁਸ਼ ਰਹਿਣ ਨਾਲ ਬਣਦੀਆਂ। ਤੇ ਇੱਕ ਬੰਦਾ ਜਿੰਨੇ ਮਰਜ਼ੀ ਫਰੂਟ ਖਾਵੇ, ਜਿੰਨੀ ਮਰਜ਼ੀ ਕੱਚੀ ਸਬਜ਼ੀ ਖਾਈ ਜਾਵੇ, ਦੁਨੀਆ ਭਰ ਦੀਆਂ ਖੁਰਾਕਾਂ ਖਾਵੇ, ਪਰ ਜੇ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ, ਕੋਈ ਪਾਣੀ ਵੀ ਨਹੀਂ ਲੱਗਦਾ। ਖੁਸ਼ ਸਤਿਨਾਮ, ਉਹ ਵੀ ਅਸਰ ਨਹੀਂ ਕਰਦਾ। ਤੇ ਜਿਹੜਾ ਬੰਦਾ ਖੁਸ਼ ਰਹਿੰਦਾ ਮਨ ਕਰਕੇ, ਦੂਜਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪ ਵੀ ਖੁਸ਼ ਰਹਿੰਦਾ, ਆਪਣੇ ਆਪ 'ਚ ਜਿਉਂਦਾ ਹੈ। ਮੈਂ ਕਹਿੰਦਾ ਉਹਨੂੰ ਪਾਣੀ ਵੀ ਪਲਾਈ ਚਲੋ ਹੀ ਲੱਗੀ ਜਾਂਦਾ, ਭੁੱਖ ਹੜਤਾਲ ਤੇ ਬੈਠਾ ਵੀ ਗੋਰਾ ਹੋਇਆ ਪਿਆ, ਉੱਥੇ ਵੀ ਉਹ ਖੁਸ਼ ਹੈ, ਕਿਉਂਕਿ ਅਸਰ ਨਹੀਂ ਹੈ ਕਿਸੇ ਚੀਜ਼ ਦਾ। ਪਦਾਰਥ ਕਦੇ ਖੁਸ਼ੀ ਨਹੀਂ। ਜੇ ਪਦਾਰਥ ਖੁਸ਼ੀ ਹੁੰਦੇ ਤੇ ਰੱਬ ਆਪਣੇ ਪਿਆਰਿਆਂ ਨੂੰ ਅਰਬਾਂ ਖਰਬਾਂ ਪਤੀ ਬਣਾ ਦਿੰਦਾ। ਪੜੋ ਭਗਤਾਂ ਦਾ ਜੀ ਛੱਡ ਕੇ ਆਏ ਸਾਰਾ 84 ਸਿੱਧਾਂ ਦਾ ਜੀਵਨ ਪੜ੍ਹ ਲਓ, ਰਾਜ ਭਾਗ ਛੱਡ ਕੇ ਆਏ। ਕਿਉਂ? ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਜਿਹੜਾ ਗੁਰੂ ਦੀ ਸੇਵਾ, ਗੁਰੂ ਦੀ ਪ੍ਰੀਤ ਵਿੱਚ, ਸਤਿਗੁਰਾਂ ਦੇ ਸ਼ਬਦ ਵਿੱਚ ਸੁਖ ਆ ਨਾ, ਉਹ ਰਾਜ ਭਾਗ ਕਿਸੇ ਪਦਾਰਥ ਦੇ ਵਿੱਚ ਨਹੀਂ। ਮਾਇਆ ਹੋਣੀ ਜ਼ਰੂਰੀ ਹੈ, ਪਦਾਰਥ ਹੋਣੇ ਜ਼ਰੂਰੀ ਨੇ, ਇਹਨਾਂ ਦਾ ਨਸ਼ਾ ਨਹੀਂ ਹੋਣਾ ਚਾਹੀਦਾ। ਗੁਰੂ ਦੇ ਸਿੱਖ ਬੜੇ ਅਮੀਰ ਨੇ, ਹੋਰ ਹੁੰਦੇ ਰਹਿਣ। ਜਦੋਂ ਮਾਇਆ ਦਾ ਨਸ਼ਾ ਦਿਮਾਗ ਚੜ ਗਿਆ, ਪਦਾਰਥਾਂ ਦਾ ਨਸ਼ਾ ਦਿਮਾਗ ਨੂੰ ਚੜ ਗਿਆ ਨਾ, ਕਿਸੇ ਦਾ ਕੁਛ ਨਹੀਂ ਜਾਣਾ, ਰਾਤਾਂ ਦੀਆਂ ਨੀਂਦਾਂ ਬੰਦਿਆਂ ਹਰਾਮ ਹੋ ਜਾਣਗੀਆਂ, ਸੌ ਨਹੀਂ ਸਕਦਾ। ਕਹਿੰਦੇ ਮਹਾਰਾਜ ਇੰਨੇ ਖੁਸ਼, ਮਰਜ਼ੀ ਨਾਲ ਚਲੇ ਜਾਂਦੇ ਆ, ਨਾ ਕੋਈ ਪੁੱਛੇ ਕਿੱਥੇ ਗਏ ਹੋ, ਨਾ ਕੋਈ ਪੁੱਛਦਾ ਕਿੱਥੋਂ ਆਏ ਹੋ, ਕਿਉਂਕਿ ਘਰ ਵਾਲਿਆਂ ਨੇ ਕਹਿਤਾ ਜੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ, ਆਜ਼ਾਦ ਕਰ ਦਿੱਤਾ।
ਆਜ਼ਾਦੀਆਂ ਦੇ ਵਿੱਚ ਜ਼ਿੰਦਗੀ ਹੈ, ਤੁਸੀਂ ਆਪਣੀ ਜ਼ਿੰਦਗੀ ਨੂੰ ਆਜ਼ਾਦ ਕਰਕੇ ਵੇਖੋ, ਉਮਰ ਲੰਬੀ ਹੋ ਜੂਗੀ। ਮੈਂ ਕਹਿੰਦਾ ਸਾਡਾ ਪੰਜਾਬ ਇੰਡੀਆ ਦੀ ਗੱਲ ਕਰਕੇ ਵੇਖ ਲਓ, 50-60 ਤੋਂ ਉੱਤੇ ਜਾਂਦਾ ਹੀ ਕੋਈ ਨਹੀਂ, ਹਰੇਕ ਹੀ ਮੁੜ ਕੇ ਜਾਂਦਾ। ਜੇ ਕੋਈ 70-80 ਸਾਲ ਦਾ ਹੋਇਆ ਉਹ ਵੀ ਕਹਿੰਦਾ ਰੱਬਾ ਚੱਕ ਲਓ ਹੋਈ ਪਈ ਹੈ ਹੀ ਕੁਛ ਨਹੀਂ ਪਤਾ। ਜਾਪਾਨ ਜਾ ਕੇ ਵੇਖ ਲਓ, ਚਾਈਨਾ ਜਾ ਕੇ ਵੇਖ ਲਓ, ਲੋਕ 102 ਸਾਲ 105 ਸਾਲ ਕਿਉਂ ਜਾ ਰਹੇ ਆ? ਉਹ ਸਾਡੇ ਵਾਂਗੂ ਟੈਨਸ਼ਨਾਂ ਨਹੀਂ ਲੈਂਦੇ। ਸਾਡੇ ਵਾਲੇ ਤੇ ਪੈਨਸ਼ਨਾਂ ਲੈ ਕੇ ਵੀ ਟੈਨਸ਼ਨਾਂ ਲੈ ਰਹੇ, ਹਰ ਪੋਤੇ ਦਾ ਕੀ ਹੋਊ, ਪੜਪੋਤੇ ਦਾ ਕੀ ਹੋਊ। ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਦੁਨੀਆ ਚੱਲਦੀ ਅੱਜ ਹੈ ਕੱਲ ਹੈ, ਕੋਈ ਚੱਕਰ ਨਹੀਂ, ਮੌਜਾਂ ਕਰੋ, ਖੁਸ਼ ਰਹੋ, ਦੁੱਖ ਦਿੰਦੇ ਹੀ ਨਹੀਂ ਕਿਸੇ ਨੂੰ। ਤੇ ਸਾਡਾ ਹੀ ਪਿਆਰ ਰਹਿੰਦਾ, ਗਵਾਂਢੀ ਕੀ ਕਰਦੇ ਆ, ਫਲਾਣਾ ਕੀ ਕਹਿੰਦਾ ਸੀ ਤੈਨੂੰ, ਮੇਰੇ ਕੋਲ ਕਦੋਂ ਆਉਂਗੇ, ਮੈਂ ਜਿਹੜੀ ਗੱਲ ਕਹੀ ਕਿਤੇ ਉਹਨੂੰ ਤੈਨੂੰ ਦੱਸਦੀ। ਬਸ ਇਸੇ ਫਸੇ ਹੋਏ ਆ। ਜਿੱਦਣ ਰੱਬ ਦੀ ਬੰਦਗੀ 'ਚ ਜੁੜ ਗਏ, ਪਰਮਾਤਮਾ ਦੇ ਪਿਆਰ 'ਚ ਜੁੜ ਗਏ, ਅੱਖਾਂ ਸਾਹਮਣੇ ਗਲਤ ਹੋ ਕੇ ਵੀ ਲੱਗਦਾ ਵੀ ਕੁਛ ਨਹੀਂ ਹੈ। ਜੇ ਮੈਂ ਗਲਤ ਸੋਚਿਆ ਮਤਲਬ ਮੇਰੀ ਵਿਅਕਤੀ ਗਲਤ ਹੋ ਸਕਦਾ, ਉਹ ਚੰਗੇ ਹੋਣ। ਸਾਡਾ ਆਪਣਾ ਨਜ਼ਰੀਆ, ਭਗਤੀ ਨਜ਼ਰੀਆ ਬਦਲ ਦਿੰਦੀ ਆ, ਫਿਰ ਚਿੰਤਾ ਨਹੀਂ ਹੁੰਦੀ, ਫਿਕਰ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਰੂਪ ਸਾਰਾ ਪਰਿਵਾਰ ਮੰਨਦਾ ਹੈ, ਮਰਦ ਜਾਣ ਬੁੱਝ ਕੇ ਹੁਣ ਸਾਧੂਆਂ 'ਚ ਬੈਠੇ ਰਹਿੰਦੇ ਆ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿਸੇ ਧਰਮ ਮਰਦ ਦਾ ਕੋਈ ਰੱਬ ਦਾ ਪਿਆਰਾ ਹੋਵੇ, ਉਹਨੂੰ ਜਾ ਕੇ ਮਿਲਦੇ ਹਨ। ਕਾਲ ਬਿਤਾਵਹਿ ਦਿਆਲ ਮਹਾ, ਸੁਲਤਾਨਪੁਰੇ ਸੁਖ ਸੋ ਫਿਰਹੀ। ਹੁਣ ਸੁਲਤਾਨਪੁਰ ਲੋਧੀ ਵਿੱਚ ਸਤਿਗੁਰ ਕਦੇ ਗਲੀ ਗਲੀ ਘੁੰਮਣ ਲੱਗ ਪੈਂਦੇ ਆ, ਬਾਜ਼ਾਰਾਂ ਵਿੱਚ ਆਉਂਦੇ ਨੇ, ਸ਼ਹਿਰ ਵੇਖਦੇ ਨੇ, ਕਦੇ ਜਾ ਕੇ ਕਿਸੇ ਤਲਾਬ ਤੇ ਬਹਿ ਜਾਂਦੇ ਆ, ਕਿਸੇ ਥਾਂ ਤੇ ਬਹਿ ਜਾਂਦੇ ਆ, ਕਦੇ ਖੇਤਾਂ 'ਚ ਜਾ ਬੈਠਦੇ ਨੇ, ਭਾਈ ਬਾਲਾ ਦੀ ਨਾਲ ਹੁੰਦੇ ਨੇ। ਪਰ ਜੈ ਰਾਮ ਇੰਨੇ ਖੁਸ਼ ਨੇ ਵੇਖ ਕੇ, ਕਹਿੰਦੇ ਜੋ ਮਰਦੀ ਹੈ ਗੁਰੂ ਸਾਹਿਬ ਦਾ ਚਿੱਤ ਲੱਗਿਆ ਹੋਇਆ, ਦਿਲ ਲੱਗਿਆ ਹੋਇਆ। ਦਿਲ ਲਾਉਣ ਵਾਲੀ ਗੱਲ ਹੈ। ਤੁਸੀਂ ਕਿਸੇ ਥਾਂ ਤੇ ਚੱਲ ਜਾਓ, ਤੁਹਾਡਾ ਮਨ ਲੱਗੇ ਤੇ ਬੰਦਾ ਸਾਰੀਆਂ ਚੀਜ਼ਾਂ ਛੱਡ ਕੇ ਕਹਿੰਦਾ ਯਾਰ ਮੈਂ ਬੜਾ ਖੁਸ਼ ਹਾਂ ਉੱਥੇ, ਭਾਵੇਂ ਰਿਸ਼ਤੇਦਾਰ ਲੱਖ ਗਰੀਬ ਹੋਵੇ ਪਰ ਦਿਲ ਦੇ ਅਮੀਰ ਹੋਣ ਤੇ ਉੱਥੋਂ ਆਉਣ ਨੂੰ ਜੀ ਨਹੀਂ ਕਰਦਾ, ਤੇ ਰਿਸ਼ਤੇਦਾਰ ਹੋਵੇ ਕਰੋੜਾਪਤੀ, 20 ਵਾਰ ਬੁਲਾਉਣ ਬੰਦਾ ਕੋਲੋਂ ਲੰਘਦਾ ਕਹਿੰਦਾ ਛੱਡ ਯਾਰ ਸੜੇ ਪਏ ਅੰਦਰੋਂ ਕੀ ਕਰਨਾ, ਜੀ ਨਹੀਂ ਕਰਦਾ, ਮਨ ਨਹੀਂ ਲੱਗਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਥੀ ਬਣ ਗਏ, ਮਿੱਤਰ ਬਹੁਤ ਬਣ ਗਏ ਜੀ, ਕਿਉਂਕਿ ਰੱਬ ਦੇ ਪਿਆਰੇ ਜਿਹੜੇ ਬੰਦਗੀ ਵਾਲੇ ਨੇ ਉਹਨਾਂ ਦੇ ਮਿੱਤਰ ਵੀ ਉਹੋ ਜਿਹੇ ਹੋਣਗੇ ਜਿਹੋ ਜਿਹੇ ਉਹ ਆਪ ਨੇ। ਸੰਗ ਉਹਨਾਂ ਦਾ ਹੋਏਗਾ ਜਿਹਨਾਂ ਨਾਲ ਵਿਚਾਰ ਮਿਲਦੀ ਹੈ, ਤੇ ਸਾਡੇ ਮਿੱਤਰ ਉਹ ਹੋਣਗੇ ਜਿਹੋ ਜਿਹੀ ਸਾਡੀ ਵਿਚਾਰਧਾਰਾ ਹੋਊਗੀ, ਜਿਹੋ ਜਿਹੀ ਸਾਡੀ ਸੋਚ ਹੋਊਗੀ। ਇੱਕ ਬੰਦਾ ਪਰਖ ਲਓ, ਉਹਦੀ ਜੁੰਡਲੀ ਵੇਖ ਲਓ, ਉਹਦੇ ਮਿੱਤਰ ਵੇਖ ਲਓ, ਪਤਾ ਲੱਗ ਜਾਣਾ ਵੀ ਕਿਹੋ ਜਿਹੇ ਨੇ ਸਾਰੇ। ਹਲਵਾਈ ਹੈ, ਚਾਵਲ ਬਣਾਉਂਦਾ ਹੈ, ਚਨੇ ਬਣਾਉਂਦਾ ਹੈ, ਰਾਜਮਾ ਬਣਾਉਂਦਾ ਹੈ, ਕੋਈ ਸਬਜ਼ੀ ਬਣਾਉਂਦੇ, ਉਹ ਇੱਕ ਪੀਸ ਕੱਢ ਕੇ ਵੇਖ ਲੈਂਦਾ ਵੀ ਕੱਚੀ ਆ ਕਿ ਪੱਕੀ, ਉਹ ਸਾਰੇ ਤਾਂ ਨਹੀਂ ਜੰਮਦਾ। ਉਹ ਪਤਾ ਲੱਗ ਜਾਂਦਾ ਵੀ ਜੇ ਇੱਕ ਚੌਲ ਕੱਚਾ ਤੇ ਸਾਰੇ ਕੱਚੇ, ਇੱਕ ਪੱਕ ਗਿਆ ਸਾਰੇ ਪੱਕ ਗਏ। ਬੰਦਾ ਤੇ ਬੰਦੇ ਦੀ ਫਿਤਰਤ ਜੇ ਇੱਕ ਨੂੰ ਪਰਖ ਲਓ, ਉਹਦਾ ਸਾਰੇ ਸਰਕਲ ਦਾ ਹੀ ਪਤਾ ਲੱਗ ਜਾਂਦਾ ਵੀ ਕੀ ਸਵਾਲ ਹੁੰਦੇ ਹੋਣੇ। ਆਖੋ ਸਤਿਨਾਮ। ਭਗਤੀ ਵਾਲਿਆਂ ਕੋਲ ਬੈਠੋਗੇ ਭਗਤੀ ਵਾਲੇ ਮਿਲਣਗੇ, ਅੱਗੇ ਤੋਂ ਨਾਸਤਕਾਂ ਕੋਲ ਬੈਠੋਗੇ ਇੱਕ ਤੋਂ ਇੱਕ ਮਾੜਾ ਮਿਲੀ ਜਾਊ, ਚੰਗਿਆਂ ਤੋਂ ਚੰਗੇ, ਮਾੜਿਆਂ ਕੋਲ ਮਾੜੇ ਹੋਣਗੇ। ਤੇ ਗੁਰੂ ਸਾਹਿਬ ਦੇ ਜਿੰਨੇ ਸਾਥੀ ਸੀ, ਜਿੰਨੇ ਸੰਗੀ ਸੀ, ਸਾਰੇ ਭਗਤੀ ਵਾਲੇ ਮਰਦ ਘਰ ਲੈ ਆਉਂਦੇ ਆ। ਕਦੇ ਨਹੀਂ ਸੋਚਿਆ ਰਿਸ਼ਤੇਦਾਰਾਂ ਦਾ ਘਰ ਹੈ, ਭੈਣ ਦਾ ਘਰ ਹੈ, ਇੱਥੇ ਤਾਂ ਨਹੀਂ ਕਰਨਾ, ਕਿਉਂਕਿ ਉਹਨਾਂ ਨੇ ਕਿਹਾ ਤੁਹਾਡਾ ਆਪਣਾ ਮੰਨਦੇ ਕਿ ਰੋਜ਼ ਭੋਜਨ ਛਕਾਉਣਾ, ਭੋਜਨ ਬਣਾ ਕੇ ਸਾਧੂਆਂ ਨੂੰ ਲੈ ਕੇ ਜਾਂਦੇ ਨੇ। ਤਾਰਨ ਜਾਂ ਅਵਤਾਰ ਧਰਿਓ, ਕਲ ਕੇ ਨਰ ਮੰਦ ਮਹਾਜਰਹੀ। ਹੁਣ ਕਲਯੁਗ ਦੇ ਜਿਹੜੇ ਲੋਕ ਸੀ ਨਾ ਉਸ ਵੇਲੇ, ਉਹ ਇੱਥੇ ਵੀ ਗੱਲਾਂ ਕਰਨ ਲੱਗੇ। ਕਹਿੰਦੇ ਦੇਖ ਲਓ ਜੈ ਰਾਮ ਜੀ ਦੇ ਘਰੇ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਆ, ਸਾਰਾ ਪਿੰਡ ਸਿਰ ਚੱਕਣਾ ਕੀਤਾ ਹੋਇਆ, ਲੋਕਾਂ ਦਾ ਢਿੱਡ ਦੁਖਦਾ ਦੇਖੋ। ਜਿਨ੍ਹਾਂ ਦੇ ਘਰ ਆਏ ਨੇ ਉਹਨਾਂ ਨੂੰ ਫਿਕਰ ਨਹੀਂ, ਕਹਿੰਦੇ ਸਾਰਾ ਦਿਨ ਸਾਧਾਂ ਕੋਲ, ਸਾਰਾ ਦਿਨ ਫਕੀਰਾਂ ਕੋਲ। ਓਏ ਦੁਨੀਆ ਦਾ ਕੀ ਹੈ? ਦੁਨੀਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਬ ਨੂੰ ਵੀ ਗੱਲ ਕਰਦੀ ਹੈ, ਜਿਹਨੇ ਸਵਾਸ ਦਿੱਤੇ, ਜ਼ਿੰਦਗੀ ਦਿੱਤੀ, ਪਰਿਵਾਰ ਦਿੱਤਾ, ਸਭ ਕੁਝ ਦਿੱਤਾ। ਲੋਕ ਤੇ ਉਹ ਤੋਂ ਖੁਸ਼ ਨਹੀਂ। ਤੂੰ ਕਿਹੜੀ ਖੇਤ ਦੀ ਮੂਲੀ ਆ ਬੰਦਿਆ, ਤੇ ਇੱਥੋਂ ਜੱਗ ਖੁਸ਼ ਹੋ ਜਾਊਗਾ, ਤੇ ਇੱਥੋਂ ਲੋਕ ਖੁਸ਼ ਹੋ ਜਾਣਗੇ। ਸੋ ਸੱਚੀ ਦੱਸੋ ਜੀ, ਕਿੰਨੇ ਕੁ ਖੁਸ਼ ਹੋ ਰੱਬ? ਜੇ ਕੋਈ ਹੋਊਗਾ ਨਾ ਵੀ ਸਾਡੇ ਵਰਗੇ ਬੜਾ ਭਾਈ ਸਾਹਿਬ ਮਹਾਰਾਜ ਦੀ ਬਹੁਤ ਕਿਰਪਾ, ਅਸੀਂ ਤੇ ਦੇਣ ਨਹੀਂ ਦੇ ਸਕਦੇ, ਬੜਾ ਕੁਝ ਕਹਿੰਦੇ ਆ। ਅੱਗੋਂ ਪਿੱਛੋਂ ਜਾ ਕੇ ਰਿਕਾਰਡਿੰਗ ਕਰਕੇ ਵੇਖੋ, ਕਹਿੰਦਾ ਉਹ ਰੱਬਾ ਤੇਰਾ ਮੇਰੇ ਨਾਲ ਵੈਰ ਕੀ ਹੈ, ਤੂੰ ਉਹਨੂੰ ਵੱਡੀ ਨੌਕਰੀ ਤੇ ਲਾਤਾ, ਮੈਨੂੰ ਨਹੀਂ ਦਵਾਈ, ਉਹਦਾ ਮੁੰਡਾ ਬਾਹਰ ਚਲੇ ਗਿਆ, ਸਾਡਾ ਇੱਥੇ ਤੁਰਿਆ ਫਿਰ। ਤੇ ਕਿਸੇ ਦੇ ਸਾਹਮਣੇ ਅਸੀਂ ਇੰਨੇ ਚੰਗੇ ਲੱਗਦਾ ਵੀ ਲੈ ਰੱਬ ਦਾ ਭਗਤ ਇਹੀ ਹੈ। ਕੀ ਹੈ? ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ। ਬਾਣੀ ਕਹਿੰਦੀ ਕੱਚੇ ਲੋਕ ਨੇ, ਉੱਤੋਂ ਹਾਂਜੀ ਹਾਂਜੀ ਕਰਦੇ, ਅੰਦਰ ਜ਼ਹਿਰ ਹੈ। ਇਹ ਤੇ ਉਹ ਹੈ ਜ਼ਹਿਰ ਦੇ ਬਰਤਨੇ ਉੱਤੇ ਦੁੱਧ ਪਾਇਆ ਮਿਸ਼ਰੀ ਪਾ ਕੇ, ਭੁਲੇਖਾ ਪਊਗਾ। ਪਰ ਉਸ ਵੇਲੇ ਕਈ ਲੋਕ ਗੱਲਾਂ ਕਰਨ ਲੱਗ ਪਏ, ਕਹਿੰਦੇ ਵੇਲਾ ਹੀ ਰਹਿੰਦਾ ਸਾਰਾ ਦਿਨ,
ਭੈਣ ਦੇ ਘਰੇ ਬੈਠਾ ਹੈ, ਖਾਈ ਪੀ ਜਾਂਦਾ ਹੈ, ਮੌਜਾਂ ਕਰਦਾ ਹੈ। ਤੇ ਸੁਣਿਆ ਗੁਰੂ ਸਾਹਿਬ ਨੇ ਕੋਈ ਫਰਕ ਨਹੀਂ। ਕਹਿੰਦੇ ਜਦ ਘਰ ਰਹਿੰਦੇ ਸੀ ਉਦੋਂ ਕਿਹੜਾ ਲੋਕੀ ਮਾਣ ਤਾਣ ਕਰਦੇ ਸੀ, ਉਦੋਂ ਵੀ ਤੇ ਕਹਿੰਦੇ ਸੀ ਭੂਤਨਾ ਏ, ਝੱਲਾ ਏ, ਕਮਲਾ ਏ, ਵਿਹਲੜ ਹੈ, ਪਿਤਾ ਨੂੰ ਕਲੰਕ ਲਾਉ ਕਰਦਾ ਹੀ ਕੁਛ ਨਹੀਂ, ਸੁੱਤਾ ਪਿਆ ਰਹਿੰਦਾ ਹੈ। ਨਾ ਨਾ, ਲੋਕਾਂ ਨੂੰ ਸਫਾਈਆਂ ਦੇਣੀਆਂ ਬੰਦ ਕਰ ਦਿਓ, ਜ਼ਿੰਦਗੀ ਚੰਗੀ ਹੋ ਚੁੱਕੀ। ਹੁਣ ਤੱਕ ਜਿਹਨੂੰ ਮਰਜ਼ੀ ਪੁੱਛੋ 80-80 ਸਾਲ ਦੀ ਉਮਰ ਹੋ ਗਈ, ਹਾਂ ਬਾਬਾ ਕਿੱਦਾਂ ਫਿਰ? ਕਹਿੰਦਾ ਯਾਰ ਜੋ ਮਰਜ਼ੀ ਆ, ਘਰ ਦੇ ਨਹੀਂ ਖੁਸ਼ ਹੁੰਦੇ, ਘਰ ਵਾਲੀ ਨਹੀਂ ਖੁਸ਼ ਹੁੰਦੀ, ਭਰਾ ਨਹੀਂ ਖੁਸ਼ ਹੁੰਦੇ, ਭੈਣਾਂ ਨਹੀਂ ਖੁਸ਼ ਹੁੰਦੀਆਂ, ਬੱਚੇ ਹੀ ਨਹੀਂ ਖੁਸ਼ ਹੁੰਦੇ। ਤੂੰ ਇਹ ਦੱਸ, ਸਾਰਿਆਂ ਦੀ ਗੱਲ ਛੱਡ ਵੀ ਤੂੰ ਆਪਣੇ ਆਪ ਤੋਂ ਕਿੰਨਾ ਕੁ ਖੁਸ਼ ਆ? ਆਖੋ ਸਤਿਨਾਮ। ਜਿਹੜਾ ਬੰਦਾ ਆਪਣੇ ਆਪ ਤੋਂ ਖੁਸ਼ ਹੈ ਉਹਦੇ ਤੋਂ ਜ਼ਮਾਨਾ ਖੁਸ਼ ਹੈ। ਜੋ ਇਨਸਾਨ ਆਪਣੇ ਆਪ ਤੋਂ ਦੁਖੀ ਹੈ, ਫਿਰ ਦੁਨੀਆ ਦਾ ਹਿਸਾਬ ਲਾ ਲਓ ਕਿੰਨੇ ਸੁਖੀ ਹੋਣਗੇ ਤੁਹਾਡੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਆਪ ਚ ਆਨੰਦ ਵਿੱਚ ਸਨ, ਭਾਈ ਵਾਲਾ ਖੁਸ਼ ਨੇ, ਪਰਿਵਾਰ ਖੁਸ਼ ਹੈ, ਸਭ ਖੁਸ਼ ਨੇ। ਤੇ ਜਿਹੜੇ ਸੜਦੇ ਸੀ ਸੜੀ ਜਾਣਗੇ, ਮਾੜਾ ਨਹੀਂ ਕਿਹਾ ਉਹਨਾਂ ਨੂੰ। ਕਹਿਣ ਲੱਗ ਪਏ ਜੈ ਰਾਮ ਜੀ ਨੂੰ ਆ ਕੇ ਕਹਿਣਾ, ਤੇਰਾ ਰਿਸ਼ਤੇਦਾਰ ਕਿਤੇ ਕੰਮਕਾਰ ਵੀ ਲਾ ਦੇ, ਸਵੇਰ ਤੋਂ ਸ਼ਾਮ ਤੱਕ ਸਾਧੂ ਉੱਥੇ ਬੈਠਾ ਰਹਿੰਦਾ। ਕਈਆਂ ਨੂੰ ਲੋਕ ਧਾਰਮਿਕ ਚੁਭਰੇ ਬਹੁਤ। ਜਿੰਨੇ ਵੱਡੇ ਕਿਸੇ ਦੇ ਮਾੜੇ ਕਰਮ ਹੋਣਗੇ ਨਾ, ਉਹਨੂੰ ਸਤ ਸੰਗੀ ਰੱਬ ਦੇ ਪਿਆਰੇ ਹਮੇਸ਼ਾ ਚੁਭਦੇ ਰਹਿਣਗੇ। ਬਾਣੀ ਨੇ ਬੇਅੰਤ ਪ੍ਰਮਾਣ ਲਿਖੇ ਹੋਏ ਏਦਾਂ ਦੇ ਵੀ ਨਾਮ ਜਪਣ ਵਾਲੇ, ਭਗਤੀ ਵਾਲੇ ਜਿਸ ਬੰਦੇ ਨੂੰ ਚੰਗੇ ਨਹੀਂ ਨਾ ਲੱਗਦੇ। ਕੌਣ ਨੇ ਉਹ? ਮਹਾਰਾਜ ਕਹਿੰਦੇ ਸੰਤਾਂ ਨਾਲ ਵੈਰ ਕਮਾਉਂਦੇ, ਦੁਸਤਾਂ ਨਾਲ ਮੋਹ ਪਿਆਰ। ਨਰਕ ਵਿੱਚ ਆਏ ਹੋਏ ਬੰਦੇ ਦੀ ਨਿਸ਼ਾਨੀਆਂ ਨੂੰ ਗੁਰਦੁਆਰਾ, ਸਤਸੰਗ, ਰੱਬ ਦੇ ਪਿਆਰੇ ਬੁਰੇ ਲੱਗਣਗੇ, ਚੰਗਾ ਕੌਣ ਲੱਗੂਗਾ? ਮਹਾਰਾਜ ਕਹਿੰਦੇ ਦੁਸਤਾਂ ਨਾਲ ਮੋਹ ਪਿਆਰ। ਮਾੜੇ ਬੰਦੇ, ਮਾੜੀ ਬਿਰਤੀ ਵਾਲੇ ਚੰਗੇ ਲੱਗਦੇ। ਅੱਗੇ ਸਤਿਗੁਰ ਕੀ ਆਖਦੇ ਆ? ਆਗੇ ਪਾਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਕਹਿੰਦੇ ਅੱਗੇ ਪਿੱਛੇ ਭਾਵ ਪਿਛਲੇ ਜਨਮ ਚ ਨਰਕਾਂ ਚੋਂ ਆਇਆ, ਅੱਗੇ ਫੇਰ ਮਰੂਗਾ, ਫਿਰ ਕਿਤੇ ਜਾਊਗਾ। ਸੁੱਖ ਨਹੀਂ ਕਹਿੰਦੇ ਜੰਮਦਾ ਮਰਦਾ ਉਹਨੇ ਰਹਿਣਾ, ਕਿਉਂਕਿ ਉਹਦੀ ਬਿਰਤੀ ਇੱਥੇ ਖੜੀ ਹੋਈ ਹੈ। ਹੁਣ ਗੁਰੂ ਸਾਹਿਬ ਦੇ ਬਾਰੇ ਸਾਰੇ ਸੁਲਤਾਨਪੁਰ ਲੋਧੀ ਚ ਚਰਚਾ ਹੋ ਗਈ। ਕੋਈ ਕਹਿੰਦੇ ਦਰਵੇਸ਼ ਆਏ ਹੋਏ ਨੇ, ਫਕੀਰ ਸਾਧੂ ਆਏ ਹੋਏ ਨੇ, ਉਹਨਾਂ ਦੇ ਭੈਣ ਜੀ ਇੱਥੇ ਵਿਆਹੇ ਹੋਏ ਨੇ। ਕਹਿੰਦੇ ਬਾਈ ਉਹਨਾਂ ਦੇ ਦਰਸ਼ਨ ਕਰਨ ਵਾਲੇ ਹਰ ਤਰ੍ਹਾਂ ਦੀ ਦੁਨੀਆ, ਤੇ ਕੁਛ ਗੱਲਾਂ ਕਰਿਆ ਕਰਨ। ਕਹਿੰਦੇ ਭੈਣ ਦੇ ਘਰੇ ਬੈਠਾ ਹੈ, ਲੱਸੀ ਪੀਤੀ, ਦੁੱਧ ਪੀਤਾ, ਰੋਟੀ ਖਾਈ, ਸੁੱਤਾ ਪਿਆ, ਗਲੀ ਗਲੀ ਫਿਰਦਾ ਰਹਿੰਦਾ। ਇਹ ਤੇ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਇਆ ਹੋਵੇ, ਤੁਹਾਨੂੰ ਚੰਗਾ ਲੱਗਦਾ, ਲੋਕੀ ਗੱਲਾਂ ਕਰੀ ਜਾਂਦੇ ਆ। ਕਹਿੰਦੇ ਆਹ ਕੌਣ ਹੈ ਯਾਰ, ਮੁੰਡਾ ਜਾਂ ਰੋਟੀ ਆਇਆ ਰਹਿੰਦਾ ਨਾ, ਆਹ ਫਲਾਣਾ ਕੌਣ ਹੈ? ਲੱਗਦਾ ਰਿਸ਼ਤੇਦਾਰ ਵਿਹਲੇ ਆ ਵੀ ਜਿਹਦੇ ਘਰ ਆਇਆ ਉਹਨੂੰ ਤੇ ਪ੍ਰੋਬਲਮ ਨਹੀਂ, ਤੇਰਾ ਕੀ ਢਿੱਡ ਦੁਖਦਾ? ਬਸਾਂ ਪਰੇਸ਼ਾਨੀਆਂ ਸਾਡੀਆਂ। ਅਸੀਂ ਆਪਣੇ ਦੁੱਖਾਂ ਤੋਂ ਦੁਖੀ ਨਹੀਂ, ਦੂਜੇ ਦੀਆਂ ਖੁਸ਼ੀਆਂ ਤੋਂ ਅਸੀਂ ਸੁਖੀ ਕਦੇ ਨਹੀਂ। ਆਖੋ ਸਤਿਨਾਮ। ਉਹਨਾਂ ਸਮਿਆਂ ਵਿੱਚ ਸੁਲਤਾਨਪੁਰ ਲੋਧੀ ਵਿੱਚ ਚਰਚਾ ਦਾ ਵਿਸ਼ਾ ਸ਼ੁਰੂ ਹੋ ਗਿਆ। ਕੁਝ ਲੋਕ ਤੇ ਸਤਿਗੁਰਾਂ ਦੀ ਸੰਗਤ ਕਰਦੇ ਆ, ਰੱਬ ਨੇ ਉਹ ਤੇ ਤੂੰ ਮੈਂ ਕੀ ਚੀਜ਼ਾਂ ਦੀ, ਸਾਨੂੰ ਤੇ 20 ਲੋਕ ਗਾਲਾਂ ਕੱਢਦੇ, 20 ਛੱਡੋ 1000 ਕੱਢਦੇ ਹੋਣਗੇ, ਉਹ ਪਰਮਾਤਮਾ ਨੂੰ ਵੀ ਲੋਕ ਬਖਸ਼ ਨਹੀਂ ਰਹੇ। ਕਹਿੰਦੇ ਜਦ ਜੈ ਰਾਮ ਜੀ ਜਾਂਦੇ ਆ ਨਾ, ਹੁਣ ਨਵਾਬ ਕੋਲ ਗੱਲਾਂ ਕਰਦੇ ਲੋਕੀ ਦੌਲਤ ਖਾਂ, ਕਹਿੰਦੇ ਉਹ ਵਿਹਲਾ ਰਹਿੰਦਾ ਹੈ। ਚਲੋ ਉਹਨੇ ਸੁਣਿਆ, ਉਹਨੇ ਜਦੋਂ ਜੈ ਰਾਮ ਕੋਲ ਗੱਲ ਕਰਨੀ, ਉਹਨਾਂ ਨੇ ਬੜੇ ਪਿਆਰ ਨਾਲ ਕਹਿਣਾ, ਕਹਿੰਦੇ ਮਹਾਂਪੁਰਖਾਂ ਨੇ ਸਾਧੂ ਨੇ। ਫਿਰ ਉਹਨਾਂ ਦੀ ਗੱਲ ਸੁਣ ਕੇ ਪ੍ਰਭਾਵ ਹੋਣਾ ਬੜਾ ਵੀ ਜੇ ਏਡੇ ਵੱਡੇ ਸਾਧੂ ਨੇ ਫਿਰ ਦਰਸ਼ਨ ਕਰਨੇ ਚਾਹੀਦੇ, ਮੁਲਾਕਾਤ ਫਿਰ ਕਰਨੀ ਚਾਹੀਦੀ ਹੈ। ਬਾਸੁਰ ਏਕ ਸੁਸਾਪਤ ਸੋ ਭਗਨੀ ਮਿਲ ਬੈਸਤ ਬੇਕਰਹੀ। ਕਹਿੰਦੇ ਇੱਕ ਦਿਨ ਸਤਿਗੁਰਾਂ ਦੇ ਭੈਣ ਜੀ ਘਰ ਬੈਠੇ ਨੇ, ਗੁਰੂ ਸਾਹਿਬ ਦੇ ਭਾਈਆ ਜੀ, ਜੀਜਾ ਜੀ ਘਰ ਬੈਠੇ ਨੇ। ਬੈਠੇ ਬੈਠੇ ਮਹਾਰਾਜ ਆਖਣ ਲੱਗੇ, ਕਹਿੰਦੇ ਭੈਣ ਜੀ ਸਾਡਾ ਚਿੱਤ ਕਰਦਾ ਹੈ ਅੰਦਰੋਂ, ਕਿਸੇ ਦੇ ਕਹੇ ਕਹਾਏ ਨਹੀਂ, ਵੀ ਅਸੀਂ ਸਾਰਾ ਦਿਨ ਵਿਹਲੇ ਰਹਿੰਦੇ ਹਾਂ, ਕੋਈ ਕੰਮ ਕਾਰ ਹੀ ਕਰ ਲਈਏ, ਪਰਚੇ ਦੇਵਾਂਗੇ। ਹੁਣ ਸੋਚਣ ਵਾਲੀ ਗੱਲ ਹੈ, ਘਰ ਕਿਉਂ ਛੱਡਿਆ ਜੀ? ਘਰ ਦੇ ਕਹਿੰਦੇ ਕੰਮ ਕਰ, ਕਹਿੰਦੇ ਅਸੀਂ ਨਹੀਂ ਕਰਦੇ। ਆਖੋ ਸਤਿਨਾਮ। ਇੱਥੇ ਆਪ ਕਹਿ ਰਹੇ। ਹੁਣ ਦੋਨੇ ਚੀਜ਼ਾਂ ਦਾ ਕੰਪੈਰੀਜ਼ਨ ਕੀ ਹੈ ਸਮਝਣਾ ਪੈਣਾ ਹੈ। ਦੋਨੇ ਗੱਲਾਂ ਵੱਡੀਆਂ ਨੇ। ਉੱਥੇ ਪਿਤਾ ਨੇ ਕੀ ਨਹੀਂ ਕੀਤਾ ਜੀ, 20 ਰੁਪਏ ਵੀ ਦੇ ਕੇ ਦੇਖ ਲਏ, ਮੱਝਾਂ ਚਾਰਨ ਵੀ ਵੇਚ ਲਿਆ, ਖੇਤੀ ਵੀ ਕਰਾ ਕੇ ਵੇਖ ਲਈ, ਹੋਰ ਵੀ ਨਿੱਕੇ ਮੋਟੇ ਕੰਮਾਂ ਚਲਾ ਕੇ ਵੇਖਿਆ, ਨਹੀਂ ਕਰਦੇ, ਕਿਹਾ ਨਹੀਂ ਕਰਦੇ ਉੱਥੇ ਦੇ, ਇੱਥੇ ਕਿਉਂ ਕਰ ਰਹੇ ਨੇ? ਬਸ ਇਹੀ ਫਰਕ ਹੈ। ਜਿੱਦਣੇ ਸਮਝ ਆ ਗਿਆ, ਜ਼ਿੰਦਗੀ ਸਾਡੀ ਵੀ ਸਵਰਗ ਹੋ ਜੂ। ਆਖੋ ਸਤਿਨਾਮ। ਜਿੱਥੇ ਪ੍ਰੇਮ ਮਿਲਦਾ ਉੱਥੇ ਜਾਨਵਰ ਨੂੰ ਚਿੱਤ ਕਰਦਾ ਹਰ ਬੰਦੇ ਦਾ। ਜਿੱਥੇ ਨਫ਼ਰਤ ਦਾ ਸ਼ਿਕਾਰ ਮਨੁੱਖ ਹੁੰਦਾ ਨਾ, ਉੱਥੇ ਕਿਹਾ ਵੀ ਕੋਈ ਡੱਕਾ ਨਹੀਂ ਤੋੜਦਾ ਹੁੰਦਾ। ਰਿਸ਼ਤੇਦਾਰ ਘਰੇ ਆਵੇ, ਹੁਣ ਇੱਕ ਤੇ ਮੇਰੇ ਵਰਗਾ ਵਿਹਲੜ ਹੁੰਦਾ ਕਿ ਬੈਠਾ ਰਹਿੰਦਾ, ਉਹਨੂੰ ਕਹੋ ਕੰਮ ਕਰਨ ਲੱਗ ਕਹਿੰਦਾ ਯਾਰ ਮੈਂ ਨਹੀਂ ਕਹਿੰਦਾ ਇੱਥੇ, ਇਹ ਤਾਂ ਇੱਦਾਂ ਕਰਦੇ ਆ। ਤੇ ਇੱਕ ਉਹ ਹੁੰਦਾ ਤੁਹਾਡੇ ਪਿਆਰ ਤੋਂ ਇੰਨਾ ਖੁਸ਼ ਹੈ, ਉਹ ਆਪ ਹੀ ਕੰਮ ਕਰੀ ਜਾਂਦਾ ਕਰਦੇ ਆ ਕੇ, ਉਹਨੂੰ ਰੋਕੀਦਾ ਵੀ ਨਾ ਕਰ ਭਾਈ, ਤੂੰ ਰਿਸ਼ਤੇਦਾਰ ਹੈ, ਏਦਾਂ ਨਾ ਕਰ। ਜਾ ਕੇ ਕਹਿੰਦਾ ਨਾ ਮੇਰਾ ਵੀ ਫਰਜ਼ ਹੈ, ਮੇਰਾ ਘਰ ਹੈ, ਮੈਂ ਰੋਟੀ ਵੀ ਖਾ ਰਿਹਾ।
ਪਾਣੀ ਦੀ ਪੀਣਾ। ਇਹ ਕੀ ਹੈ? ਪ੍ਰੇਮ ਨਜ਼ਰੀਆ। ਤੇ ਜਿੱਦਣ ਤੁਹਾਡਾ ਨਜ਼ਰੀਆ ਕਿਸੇ ਲਈ ਪੋਜ਼ਿਟਿਵ ਹੋ ਗਿਆ ਨਾ, ਦੁਨੀਆ 'ਚ ਤੁਹਾਡੀ ਬੱਲੇ ਬੱਲੇ ਲੋਕੀ ਤੁਹਾਨੂੰ ਬੁੱਝਣਗੇ। ਜਿੱਦਣ ਤੁਸੀਂ ਮਾੜੀ ਨਜ਼ਰ ਨਾਲ ਵੇਖੋਗੇ, ਤੁਹਾਡੀ ਉਹ ਨਜ਼ਰ ਦੀ ਜਿਹੜੀ ਸੋਚ ਆ ਨਾ, ਦੂਜੇ ਤੇ ਨਾਲ ਦੀ ਨਾਲ ਉਸੇ ਪਲ ਇਫੈਕਟ ਕਰਦੀ ਵੀ ਬੰਦਾ ਵੇਖਦਾ ਇਹਦੀ ਸੋਚ ਮੇਰੇ ਪ੍ਰਤੀ ਕੀ ਹੈ। ਕਈ ਬੜਾ ਕੰਮ ਨਹੀਂ ਹੁੰਦਾ ਇੱਥੇ ਤੇ ਆਪਣੇ ਬੱਚੇ ਕੰਮ ਨਹੀਂ ਕਰਦੇ। ਕਿਉਂ? ਜਿੱਦਣ ਉਹਨਾਂ ਨੂੰ ਲੂਜ਼ ਕਰਤਾ ਭੱਜੇ ਫਿਰਦੇ ਆ। ਜਿੱਦਣ ਉਹਨਾਂ ਨੂੰ ਸਖਤ ਕਰਕੇ ਰੱਖੋਗੇ, ਆਹ ਕਰੋ ਕਰੋ, ਕਹਿੰਦੇ ਜਾਂ ਮੈਂ ਨਹੀਂ ਕਰਦਾ, ਕਰਾਣਾ ਨਹੀਂ, ਤੂੰ ਜਿਹੜਾ ਕਰਦਾ ਹੋ ਜਾਂਦਾ ਹੋਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਹ ਬਚਨ ਕਿਹਾ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਖੁਦ ਹੈਰਾਨ ਹਾਂ ਵੀ ਜਿਨ੍ਹਾਂ ਨੂੰ ਘਰੋਂ ਇਸੇ ਕਰਕੇ ਲੜਾਈ ਹੁੰਦੀ ਸੀ, ਕਲੇਸ਼ ਹੁੰਦਾ ਸੀ ਵੀ ਮੈਂ ਕੰਮ ਨਹੀਂ ਕਰਨਾ, ਨਾ ਮੈਨੂੰ ਕਿਉਂ, ਇੱਥੇ ਕਹਿੰਦੇ ਜੀ ਅਸੀਂ ਸਾਧੂਆਂ ਦਾ ਸੰਗ ਵੀ ਕਰ ਲੈਂਦੇ ਆ, ਸਾਨੂੰ ਕਿਤੇ ਕੰਮ ਕੁੰਮ ਤੇ ਲਵਾ ਦਿਓ। ਤੇ ਗੁਰੂ ਸਾਹਿਬ ਦੇ ਜੀਜਾ ਜੀ ਪਤਾ ਕੀ ਆਖਣ ਲੱਗੇ? ਭਾਈਆ ਜੈ ਰਾਮ, ਕਹਿੰਦੇ ਨਹੀਂ ਪਾਤਸ਼ਾਹ, ਤੁਸੀਂ ਇੱਥੇ ਕੰਮ ਕਰਨ ਨਹੀਂ ਆਏ। ਆਖੋ ਸਤਿਨਾਮ। ਘਰ ਹੈ ਤੁਹਾਡਾ ਜੀ, ਆਪਣੇ ਘਰ 'ਚ ਹੀ ਕੰਮ ਕਰਨਾ ਪਿਆ ਤੇ ਫਿਰ ਘਰ ਕਾਹਦਾ? ਉਹ ਕਹਿੰਦੇ ਅਸੀਂ ਨਹੀਂ ਕੰਮ ਤੇ ਲਵਾਉਣਾ। ਭੈਣ ਜੀ ਨੇ ਵੀ ਕਹਿ ਦਿੱਤਾ ਵੀਰਾ ਅੱਗੋਂ ਨਾ ਕਿਉਂ, ਚੰਗਾ ਨਹੀਂ ਲੱਗਦਾ ਕੰਮ, ਤੁਸੀਂ ਭਾਵੇਂ ਆਪਣਾ ਹੀ ਕਰੋ, ਮਿਹਨਤ ਕਰਕੇ ਪੈਸੇ ਆਪਣੇ ਇਕੱਠੇ ਕਰੋ। ਲੋਕ ਕੀ ਕਹਿਣਗੇ ਜੀ ਕਮਾਈ ਭੈਣ ਦੇ ਘਰ ਦੇ ਰਹੇ ਆ। ਦੁਨੀਆ ਜਮਾਨੇ ਨੇ ਬੜਾ ਕੁਝ ਕਹਿਣਾ ਜੀ, ਪਰ ਉਹ ਕਹਿੰਦੇ ਨਹੀਂ ਅਸੀਂ ਤੁਹਾਡੇ ਤੋਂ ਕੰਮ ਨਹੀਂ ਕਰਾਉਣਾ, ਇਹ ਘਰ ਤੁਹਾਡਾ ਸਦਾ ਹੀ ਰਹੋ, ਬਸ ਸਾਨੂੰ ਸੇਵਾ ਬਖਸ਼ਦੇ ਰਹੋ। ਗੁਰੂ ਸਾਹਿਬ ਰਾਏ ਭੋਏ ਦੀ ਤਲਵੰਡੀ ਛੱਡ ਕੇ ਆ ਗਏ ਨੇ। ਸੁਲਤਾਨਪੁਰ ਲੋਧੀ ਦੀ ਧਰਤੀ ਹੈ ਜਿੱਥੇ ਆਪ ਜੀ ਨੇ ਪਿੱਛੇ ਸ਼ਤਾਬਦੀ ਦੇ ਵੀ ਦਰਸ਼ਨ ਕੀਤੇ ਆ। ਬੜੀ ਵਾਰ ਆਉਂਦੇ ਜਾਂਦੇ ਕਰਦੇ ਹੋ, ਬੜੀ ਵਾਰ ਦਰਸ਼ਨ ਕੀਤੇ ਹੋਣੇ। ਹੁਣ ਇਸ ਕਥਾ ਨੂੰ ਸੁਣਨ ਤੋਂ ਬਾਅਦ ਜਦੋਂ ਕਰੋਗੇ ਫਿਰ ਨਜ਼ਾਰਾ ਹੋਰ ਹੋਊਗਾ, ਫਿਰ ਆਨੰਦ ਹੋਰ ਹੋਊਗਾ। ਕਿਉਂਕਿ ਜਦੋਂ ਆਪਾਂ ਕਿਸੇ ਬਾਰੇ ਕੋਈ ਵਾਰਤਾ ਸੁਣਦੇ ਹਾਂ ਤੇ ਉਹਨੂੰ ਸੁਣਨ ਤੋਂ ਬਾਅਦ ਜਾਈਦਾ, ਫਿਰ ਉਹ ਥਾਂ ਤੇ ਰੱਬ ਮਹਿਸੂਸ ਹੁੰਦਾ ਹੈ, ਨਜ਼ਰ ਆਉਂਦਾ ਹੈ, ਜਦੋਂ ਭਾਵਨਾ ਬਣ ਜਾਂਦੀ ਹੈ। ਹੁਣ ਸੁਲਤਾਨਪੁਰ ਲੋਧੀ ਦੇ ਪ੍ਰਸੰਗਾਂ ਦੀ ਆਰੰਭਤਾ ਹੋਈ ਹੈ 17ਵੇਂ ਪ੍ਰਸੰਗ ਤੋਂ। ਮਹਾਰਾਜ ਦੀ ਕਿਰਪਾ ਨਾਲ ਆਉਣ ਵਾਲੇ ਦਿਨਾਂ ਵਿੱਚ ਇਹਦਾ ਆਨੰਦ ਮਾਣਾਂਗੇ।